ਕੁਦਰਤ ਦਾ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦਾ, ਵਾਰਤਾ ਪਾਉਂਦਾ, ਤੇ ਤੁਸੀਂ ਕਹੋ ਕਿਹੜੀ ਕੁਦਰਤ ਆ, ਕਿਹੜਾ ਰੱਬ? ਮੂੰਹ ਦੇ ਵਿੱਚੋਂ ਨਿਕਲਿਆ ਤੁਹਾਡੇ ਇਹ ਲਫ਼ਜ਼ ਆ, ਚਾਹੇ ਜਿੰਨੀ ਮਰਜ਼ੀ ਪਾਵਰ ਰੱਖਦੇ, ਚਾਹੇ ਜਿੰਨੀ ਮਰਜ਼ੀ ਤੁਸੀਂ ਸ਼ਕਤੀ ਰੱਖਦੇ, ਚਾਹੇ ਜਿੰਨੀ ਮਰਜ਼ੀ ਤੁਸੀਂ ਹਸਤੀ ਰੱਖਦੇ ਹੋ, ਤੁਹਾਡੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਲਫ਼ਜ਼ ਆ, ਇਹ ਤੁਹਾਨੂੰ ਚੋਟਾਂ ਖਾਣੀਆਂ ਪੈਣਗੀਆਂ। ਰੱਬ ਹੈ, ਉਹ ਰੱਬ ਹੈ, ਉਹਨੂੰ ਇੱਕੋ ਹੀ ਚੀਜ਼ ਨਹੀਂ ਚੰਗੀ ਲੱਗਦੀ। ਹੰਕਾਰ ਹਰਜੂ ਹੰਕਾਰ ਨਾ ਭਾਵੇ, ਦੇਹ ਕੂਕ ਸੁਣਾਵੇ ਵੇਦ ਕੂਕ ਸੁਣਾਵੇ। ਜਦੋਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਵੇਖੋਗੇ ਤਾਂ ਧਰਮ ਗ੍ਰੰਥ ਇੱਕੋ ਹੀ ਗੱਲ ਸਮਝਾਉਂਦੇ, ਜੇ ਰੱਬ ਨੂੰ ਕੋਈ ਚੰਗੀ ਚੀਜ਼ ਨਹੀਂ ਲੱਗਦੀ ਤੇ ਉਹ ਹੈ ਹੰਕਾਰ। ਮੈਂ ਹਾਂ ਤੇ ਮੈਂ ਚੱਕ ਦੇਣਾ ਫੱਟੇ ਰੱਬ ਦੇ ਵੀ। ਰੱਬ ਦੇ ਫੱਟੇ ਕੌਣ ਚੱਕ ਸਕਦਾ? ਫਿਰ ਉਹ ਤੁਹਾਡੇ ਮੂੰਹ ਵਿੱਚੋਂ ਨਿਕਲਿਆ ਹੋਇਆ ਇੱਕ ਲਫ਼ਜ਼ ਤੁਹਾਨੂੰ ਚੋਟਾਂ ਪੈਣਗੀਆਂ। ਧਰਮ ਗ੍ਰੰਥ ਤੁਹਾਡੇ ਸਮਝਾਉਂਦੇ, ਮੰਨੇ ਮੂੰਹ ਚੋਟਾਂ ਨਾ ਖਾਏ। ਤੇ ਜਿਹੜਾ ਵਾਹਿਗੁਰੂ ਜੀ ਨੂੰ ਮੰਨ ਜਾਂਦਾ, ਮੂੰਹ ਵਿੱਚੋਂ ਵਾਹਿਗੁਰੂ ਵਾਹਿਗੁਰੂ ਬੋਲਦਾ ਤੇ ਆਂਦਾ ਮੇਰਾ ਤੇ ਮਾਲਕਾ ਤੂੰ ਹੀ ਹੈ, ਮੇਰਾ ਤੇ ਮਾਲਕਾ ਤੂੰ ਹੀ ਹੈ, ਉਹਨੂੰ ਫਿਰ ਚੋਟਾਂ ਨਹੀਂ ਪੈਂਦੀਆਂ। ਉਹਨੂੰ ਜਮਦੂਤ ਵੀ ਚੋਟਾਂ ਨਹੀਂ ਮਾਰ ਸਕਦਾ, ਉਹਨੂੰ ਜਮਦੂਤ ਵੀ ਚੋਟਾਂ ਨਹੀਂ ਮਾਰ ਸਕਦਾ। ਮੰਨੇ ਮੂੰਹ ਚੋਟਾਂ ਨਾ ਖਾਏ ਤੇ ਮੰਨੇ ਜਮ ਕੇ ਸਾਥ ਨਾ ਜਾਏ। ਜਮਦੂਤ ਹਰ ਇੱਕ ਨੂੰ ਲੈ ਜਾਂਦਾ ਬਣ ਕੇ, ਹਰ ਇੱਕ ਨੂੰ। ਪਰ ਜਿਹੜਾ ਪਰਮਾਤਮਾ ਦਾ ਹੋ ਗਿਆ, ਜਪਦੇ ਜਪਦੇ ਜਿਹਦੇ ਅੰਦਰੋਂ ਮੈਂ ਚਲੇ ਗਈ, ਜਿਹੜਾ ਕੁਝ ਲੱਭਦਾ ਨਹੀਂ, ਜਿਹੜਾ ਕੁਝ ਪ੍ਰਾਪਤ ਕਰਨਾ ਨਹੀਂ ਚਾਹੁੰਦਾ। ਹੁਣ ਸਾਡੇ ਧਾਰਮਿਕ ਸਟੇਜਾਂ ਦੇ ਝੂਠ ਬੜੇ ਵੱਡੇ ਵੱਡੇ ਚੱਲਦੇ। ਲੱਖ ਕੁ ਬੰਦਾ ਬਿਠਾਇਆ ਹੁੰਦਾ ਕਿ ਸਭ ਨਿਆਣੇ ਬੱਚੇ ਨਿੱਕੇ ਨਿੱਕੇ ਧਰਮ ਨੂੰ, ਜਿਨ੍ਹਾਂ ਨੂੰ ਪਤਾ ਹੀ ਨਹੀਂ ਧਰਮ ਹੁੰਦਾ ਕੀ, ਜਿਨ੍ਹਾਂ ਨੂੰ ਧਰਮ ਦੀ ਸੋਝ ਹੀ ਨਹੀਂ, ਉਹ ਪ੍ਰਚਾਰਕ ਬਣੇ ਹੁੰਦੇ। ਅਰਦਾ ਸਵਾਮੀਆਂ ਦੇ ਵੇਖਿਓ, ਮੈਂ ਪਿਆਰੇ ਉਹਨਾਂ ਦੇ ਨੇੜੇ ਜਾ ਕੇ ਵੇਖਦਾ ਰਹਿਣਾ। ਇਹ ਜੋ ਤਮਾਸ਼ਾ ਕਰਦੇ ਜਿਹੜੇ ਪ੍ਰਚਾਰਕ ਹੁੰਦੇ, ਫਿਰ ਮੈਂ ਉਹਨਾਂ ਦੇ ਕੋਲ ਜਾ ਕੇ ਸਹਿਜ ਕਿਹੜਾ ਬੱਚਾ ਜਿਹਾ ਬਣ ਕੇ ਬੈਠ ਜਾਈਦਾ। ਕਰਦੇ ਕੀ ਭਲਾਏ? 2 4 3 ਜਾਣੇ ਜਦੋਂ ਬੈਠ ਕੇ ਵਿਚਾਰਾਂ ਕਰਦੇ ਹੁੰਦੇ, ਕੱਲ ਨੂੰ ਸਟੇਜ ਉੱਤੇ ਕੀ ਬੋਲਣਾ ਤੇ ਕਿਹੜੇ ਕਿਹੜੇ ਬੰਦੇ ਦੇ ਤੇ ਕਿਹੜੇ ਕਿਹੜੇ ਧਾਰਮਿਕ ਬੰਦੇ ਉਹਨਾਂ ਤੇ ਵਿਚਾਰ ਕਰਨੀ, ਤੇ ਸਾਹਮਣੇ ਕੌਣ ਬੈਠੇ ਹੁੰਦੇ? ਨਿੱਕੇ ਨਿੱਕੇ ਬੱਚੇ। ਧਰਮ ਕੀ ਹੈ ਨਾ ਵਿਚਾਰੇ ਉਹਨਾਂ ਨੂੰ ਪਤਾ ਤੇ ਨਾ ਪ੍ਰਚਾਰਕਾਂ ਨੂੰ ਪਤਾ। ਧਰਮ ਦੀ ਖੇਡ ਅਸਲ ਦੇ ਵਿੱਚ ਕੀ ਹੈ? ਤੁਸੀਂ ਸਮਾਪਤ ਹੋ ਜਾਓਗੇ ਤੇ ਨਿਰੰਕਾਰ ਵਿੱਚ ਜਾ ਕੇ ਅਭੇਦ ਹੋ ਜਾਓਗੇ। ਜਿੰਨਾ ਚਿਰ ਤੁਸੀਂ ਹੋ ਤੇ ਕੁਝ ਪ੍ਰਾਪਤ ਕਰਨਾ ਚਾਹੁੰਦੇ, ਸਮਾਧੀਆਂ 'ਚ ਬਹਿੰਦੇ ਹੋ, ਕੁਝ ਪ੍ਰਾਪਤ ਕਰਨ ਵਾਸਤੇ ਧਿਆਨਾਂ 'ਚ ਬਹਿੰਦੇ ਹੋ, ਪੋਥੀਆਂ ਪੜ੍ਹਦੇ ਹੋ, ਕੁਝ ਪ੍ਰਾਪਤ ਕਰਨ ਵਾਸਤੇ ਤੁਸੀਂ ਬਣਨ ਦਾ ਯਤਨ ਕਰ ਰਹੇ ਹੋ, ਮਿਟਣ ਦਾ ਤੇ ਤੁਸੀਂ ਯਤਨ ਹੀ ਨਹੀਂ ਕੀਤਾ। ਧਰਮ ਕੀ ਕਹਿੰਦਾ? ਤੁਸੀਂ ਮਿਟ ਜਾਓ, ਜਿਸ ਨਿਰੰਕਾਰ ਵਿੱਚੋਂ ਆਏ ਸੀ ਤੁਸੀਂ ਸਮਾਪਤ ਹੋ ਜਾਓ ਤੇ ਉਸੇ ਨਿਰੰਕਾਰ ਵਿੱਚ ਚੱਲ ਜਾਓ। ਜੇ ਸੰਸਾਰ ਦੀ ਉਦਾਹਰਨ ਦਈਏ ਤਾਂ ਠੀਕ ਇਸੇ ਤਰ੍ਹਾਂ, ਜਿਸ ਤਰ੍ਹਾਂ ਕਦੀ ਭਾਪ ਬਣ ਕੇ ਸਮੁੰਦਰ ਵਿੱਚੋਂ ਪਾਣੀ ਉੱਪਰ ਨੂੰ ਗਿਆ, ਜਾ ਕੇ ਪਹਾੜਾਂ ਉੱਤੇ ਵਰਖਾ ਹੋਈ, ਉਸ ਪਾਣੀ ਨੇ ਆਪਣੇ ਅਸਲੇ ਵੱਲ ਜਾਣਾ ਸ਼ੁਰੂ ਕੀਤਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਪਰਮਾਤਮਾ ਦੀ ਜੋਤ ਹੈ, ਉਸੇ ਦਾ ਹੀ ਸਰੂਪ ਹੈ, ਉਸੇ ਦਾ ਹੀ ਅੰਸ਼ ਹੈ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਇਸੇ ਤਰ੍ਹਾਂ ਹੀ ਪਾਣੀ, ਪਰਮਾਤਮਾ ਪਾਣੀ ਸਮੁੰਦਰ ਦੀ ਅੰਸ਼ ਹੈ। ਤੇਰੇ ਉਸ ਤੋਂ ਜਾਣਾ ਸ਼ੁਰੂ ਕਰੇਗਾ, ਨੀਚੇ ਨੂੰ ਜਾਵੇਗਾ, ਥੱਲੇ ਪਾਣੀ ਹੈ, ਪਰ ਉਹ ਪਾਣੀ ਟਿਕਿਆ ਹੋਇਆ ਇੱਕ ਥਾਂ ਤੇ, ਉਹਦੇ ਵਿੱਚ ਲਹਿਰਾਂ ਨਹੀਂ ਹਨ। ਅਸੀਂ ਉਸ ਨੂੰ ਬਾਹਰ ਕੱਢ ਸਕਦੇ। ਪਾਣੀ ਦਾ ਫਿਰ ਯਤਨ ਕੀ ਹੁੰਦਾ ਵੀ ਮੈਂ ਉਸ ਸਮੁੰਦਰ ਵਿੱਚ ਜਾ ਕੇ ਮਿਲਾਂ। ਜਿਸ ਸਮੁੰਦਰ ਵਿੱਚ ਲਹਿਰਾਂ ਹਨ ਜਿੱਥੋਂ ਮੈਂ ਕਦੀ ਆਇਆ, ਇਹ ਪਿਆਰੇ ਫਿਰ ਜਦੋਂ ਚੱਲਦਾ ਚੱਲਦਾ ਇਹ ਸਮੁੰਦਰ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ, ਆਪ ਦਾ ਵਜੂਦ ਇਹਦਾ ਖਤਮ ਹੋ ਜਾਂਦਾ, ਮਿਟ ਜਾਂਦਾ, ਸਮਾਪਤ ਹੋ ਜਾਂਦਾ। ਉਦੋਂ ਬਾਅਦ ਦਰਿਆ ਨਹੀਂ ਰਹਿ ਜਾਂਦਾ ਕੋਈ ਵੀ, ਚਾਹੇ ਕੋਈ ਨੀਲ ਹੈ, ਚਾਹੇ ਕੋਈ ਪਾਉਂਗਾ ਹੈ, ਚਾਹੇ ਸਤਲੁਜ ਹੈ, ਚਾਹੇ ਬਿਆਸ ਹੈ, ਚਾਹੇ ਰਾਵੀ ਹੈ, ਕੋਈ ਗੰਗਾ ਹੈ, ਕੋਈ ਜਮਨਾ ਹੈ, ਕੋਈ ਸਰਸਵਤੀ। ਸਮੁੰਦਰ ਦੇ ਵਿੱਚ ਜਾ ਕੇ ਗੰਗਾ ਸਰਸਵਤੀ ਨਹੀਂ ਰਹਿੰਦੀ, ਸਮੁੰਦਰ ਦੇ ਵਿੱਚ ਜਾ ਕੇ ਸਮੁੰਦਰ ਹੀ ਹੋ ਜਾਂਦਾ ਹੈ। ਅਸੀਂ ਪਰਮਾਤਮਾ ਦੇ ਵਿੱਚ ਪਰਮਾਤਮਾ ਹੋਣਾ, ਆਪਣਾ ਵੱਖਰਾ ਸਾਡਾ ਵਜੂਦ ਨਾ ਰਵੇ, ਇਹ ਧਰਮ ਹੈ, ਇਹ ਸੋਝੀ ਹੈ। ਇਸ ਗੱਲ ਦੀ ਸੋਝੀ ਕੋਈ ਨਹੀਂ। ਇਹ ਬਾਬੇ ਕਰ ਕੀ ਰਹੇ? ਤੁਹਾਨੂੰ ਕੁਝ ਬਣਾਉਣ ਦਾ ਯਤਨ ਕਰ ਰਿਹਾ, ਕੁਝ ਬਣਾਉਣ ਦਾ। ਤੇ ਅਸੀਂ ਧਾਰਮਿਕ ਗਿਣਦੇ ਕਿਹਨਾਂ ਨੂੰ? ਜਿਹੜੇ ਬਣੇ ਹਨ, ਜਿਨ੍ਹਾਂ ਕੋਲ ਹਸਤੀ ਹੈ, ਜਿਨ੍ਹਾਂ ਕੋਲ ਸ਼ਕਤੀ ਹੈ, ਜਿਨ੍ਹਾਂ ਨੇ ਕੁਝ ਪ੍ਰਾਪਤ ਕੀਤਾ, ਉਹਦੇ ਤੋਂ ਸਾਨੂੰ ਕੁਝ ਮਿਲਦਾ ਹੈ। ਧਰਮ ਕੀ ਕਹਿੰਦਾ? ਤੂੰ ਪਹਿਲਾਂ ਸਾਰਿਆਂ ਨਾਲੋਂ ਕੰਮ ਕੀ ਕਰਨਾ, ਤੂੰ ਨਹੀਂ ਹੈ। ਸਾਰਿਆਂ ਨੂੰ ਪਹਿਲਾਂ ਕੰਮ ਕੀ ਕਰਨਾ, ਤੂੰ ਨਹੀਂ ਹੈ। ਇਹ ਤੂੰ ਛੱਡਦਾ ਨਹੀਂ। ਧਰਮ ਗ੍ਰੰਥ ਨੂੰ ਸਿੱਧੇ ਸਿੱਧੇ ਸਮਝ ਆਉਂਦੀ, ਦਿਮਾਗ ਵਿੱਚ ਵੜਦਾ ਵੀ ਅਸਲ ਦੇ ਵਿੱਚ ਹੈ ਕੀ, ਇਹ ਵਿਸ਼ਾ ਕੀ ਹੈ, ਇਹ ਕਿ ਵਿਦਿਆ ਕੀ ਹੈ, ਇਹ ਗਿਆਨ ਕੀ ਹੈ। ਤੂੰ ਨਹੀਂ ਹੈ, ਤੂੰ ਤਾਂ ਕਠਪੁਤ ਨਹੀਂ ਹੈ, ਪਰ ਤੂੰ ਬਣਨ ਦਾ ਯਤਨ ਕਰਨ ਲੱਗ ਪਿਆ। ਅਸਲ ਦੇ ਵਿੱਚ ਫਾਸਣ ਕੀ ਵੀ ਸਭ ਕੋ ਜਾਣੇ, ਇਹ ਫਸਾਉਣ ਦੀਆਂ ਖੇਡਾਂ ਤੇ ਸਾਰੇ ਜਾਣਦੇ। ਛੁੱਟਣ ਕੀ ਇੱਕ ਕੋਈ, ਛੁੱਟਣ ਦੀ ਤਾਂ ਕੋਈ ਵਰਲੇ ਦਾਦਾ।
ਅਸੀਂ ਆਨੇ ਫਾਸਲੇ ਤੇ ਫਸ ਜਾਈਏ, ਪੜਾਂਗੇ ਤਾਂ ਸਹੀ, ਫਿਰ ਧਾਰਮਿਕ ਨਹੀਂ। ਧਾਰਮਿਕ ਨਹੀਂ, ਚਾਹੇ ਜਿੰਨੀ ਮਰਜ਼ੀ ਤੁਹਾਡੇ ਕੋਲੇ ਤਾਕਤ ਹੈ, ਸ਼ਕਤੀ ਹੈ, ਇੱਕ ਤਾਂ ਜੀ ਪਰ ਲੱਖ ਹੋਏ, ਲੱਖ 20 ਲੱਖ ਕਿਹੜਾ ਕੀ ਇੱਕ ਨਾਮ ਜਗਦੀਸ਼, ਪਰ ਵਾਹਿਗੁਰੂ ਜੀ ਦਾ ਨਾਮ ਬੋਲੀ ਚੱਲ, ਮੰਗੀ ਕੁਛ ਨਾ, ਆਸਾ ਨਾ ਰੱਖੀ, ਮਨਸਾ ਨਾ ਰੱਖੀ। ਜੇ ਤੂੰ ਆਸਾ ਰੱਖ ਕੇ ਨਾਮ ਜਪੇਗਾ, ਮਨਸਾ ਰੱਖ ਕੇ ਨਾਮ ਜਪੇਗਾ, ਹੋ ਸਕਦਾ ਜੇ ਜੋ ਵਿਚਾਰੇ ਆ ਜਾ ਹੋਰ ਦੁਸ਼ਮਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਚੰਗਾ ਨਾਮ ਲਿਖਾਏ ਕੇ ਜਸ ਕੀਰਤ ਜਗ ਲੈ, ਜੇ ਤਸ ਨਦਰ ਨਾ ਆਪਣੀ ਬਾਤ ਨਾ ਪੁੱਛੇ ਕਿ ਜੇ ਹੋ ਸਕਦਾ ਤੂੰ ਇਹੋ ਜੀ ਸ਼ਕਤੀ ਹਸਤੀ ਬਣ ਜਾਵੇਂ, ਪਰ ਪਰਮਾਤਮਾ ਦੀ ਨਿਗਾਹ ਵਿੱਚ ਤੂੰ ਕੁਝ ਵੀ ਨਹੀਂ ਹੈ। ਪਰਮਾਤਮਾ ਕਿੰਨਾ ਕੁ ਵੱਡਾ, ਇਹ ਗੱਲ ਤੇਰੀ ਸਮਝ ਵਿੱਚ ਨਹੀਂ ਆ ਰਹੀ। ਇਸ ਕਰਕੇ ਧਰਮ ਕੀ ਕਹਿੰਦਾ, ਤੂੰ ਪਹਿਲਾਂ ਆਪਣੇ ਆਪ ਨੂੰ ਸਮਾਪਤ ਕਰ। ਧਾਰਮਿਕ ਬਾਅਦ ਚ ਬਣੇਗਾ ਜਦੋਂ ਤੂੰ ਸਮਾਪਤ ਹੋ ਜਾਵੇਂਗਾ, ਮੈਂ ਨਹੀਂ। ਤੇ ਤੂੰ ਕੀ ਕਰ ਰਿਹਾ, ਆਪਣਾ ਆਪ ਤੋਂ ਕਦੇ ਨਾ ਛੋਟੇ ਪਿੱਛੇ ਨੂੰ ਪ੍ਰੀਤ ਜਿਉਰੇ। ਜਿਵੇਂ ਚਿਚੜ ਦੀ ਪ੍ਰੀਤੀ ਹੁੰਦੀ ਖੂਨ ਪੀਣ ਨਾਲ ਤੇ ਬਹਾਨੇ ਨਾਲ ਚੰਬੜਿਆ ਹੁੰਦਾ, ਉਹਨੂੰ ਪਤਾ ਹੀ ਨਹੀਂ ਨੇੜੇ ਇੱਕ ਥਣ ਹੈ, ਉਹਦੇ ਵਿੱਚ ਦੁੱਧ ਹੈ, ਇੱਕ ਕੱਟਾ ਬੱਚਾ ਹੁੰਦਾ, ਉਹ ਆ ਕੇ ਰੱਜ ਕੇ ਦੁੱਧ ਪੀ ਕੇ ਤੁਰ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਹੁੰਦਾ ਇੱਥੇ ਦੁੱਧ ਵੀ ਹੈ। ਇੱਥੇ ਅੰਮ੍ਰਿਤ ਹੈ, ਇੱਥੇ ਅੰਮ੍ਰਿਤ ਭਰੇ ਭਰਪੂਰ ਹੈ। ਉਹਨਾਂ ਤਿਲ ਨਾ ਤਮਾਏ, ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਉਹਨਾਂ ਨੂੰ ਤਿਲ ਜਿੰਨੀ ਤਮਾ ਨਹੀਂ ਹੁੰਦੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨ ਪਾਇਆ, ਜੋ ਕੋ ਤੂਰੀ ਮਿਰਗ ਨ ਜਾਣੇ ਹੋਏ, ਭਰਮ ਦਾ ਭਰਮ ਭੁਲਾਇਆ। ਸਟੇਜਾਂ ਤੇ ਇਹੋ ਹੀ ਪ੍ਰਚਾਰ ਕਰਨਗੇ ਰਾਧਾ ਸੁਆਮੀ। ਮੈਂ ਬਾਰ ਇਹਨਾਂ ਨੂੰ ਲਲਕਾਰ ਲੈ, ਜਦੋਂ ਮਰਜੀ ਜਿੱਥੇ ਮਰਜੀ ਬਹਿ ਲਓ, ਜਿਸ ਤਰ੍ਹਾਂ ਦੀ ਮਰਜੀ ਵਿਚਾਰ ਕਰ ਲਓ, ਚਾਹੇ ਆਪਦੇ ਬਾਬੇ ਨੂੰ ਵੀ ਲੈ ਆਓ, ਤੁਹਾਨੂੰ ਸਮਝ ਨਹੀਂ ਧਰਮ ਦੀ ਅਜੇ ਧਰਮ ਵਾਲੇ ਪਾਸੇ ਨੂੰ ਚੱਲੇ ਹੀ ਨਹੀਂ। ਇਹ ਕੀ ਸਾਡੇ ਬਾਬਿਆਂ ਵਿਚਾਰਿਆਂ ਨੂੰ ਨਹੀਂ ਪਤਾ ਧਰਮ ਕੀ ਹੈ। ਤੁਹਾਡੇ ਅੰਦਰ ਅੰਮ੍ਰਿਤ ਪ੍ਰਾਪਤ ਹੋਵੇਗਾ, ਰਸਨਾ ਦੇ ਉੱਤੇ ਸਵਾਦ ਆਉਣਾ ਸ਼ੁਰੂ ਹੋ ਜਾਵੇਗਾ। ਸੋ ਧਰਮ ਕੀ ਕਹਿੰਦਾ, ਮੰਨੇ ਜੰਮ ਕੇ ਸਾਥ ਨਾ ਜਾਏ। ਜੰਮ ਕੇ ਸਾਥ ਨਾ ਜਾਏ ਕਦੋਂ ਹੈ, ਜਦੋਂ ਤੁਸੀਂ ਮਿਟ ਜਾਓਗੇ ਤੇ ਪ੍ਰਮਾਤਮਾ ਵਿੱਚ ਅਭੇਦ ਹੋ ਜਾਓਗੇ। ਜਮਦੂਤ ਤੁਹਾਨੂੰ ਫੜ ਨਹੀਂ ਸਕਦਾ, ਤੇ ਸ਼ਕਤੀਆਂ ਜਿੰਨੀਆਂ ਮਰਜ਼ੀ ਹਾਸਲ ਕਰ ਲਓ, ਉਹਦੀ ਡਿਊਟੀ ਇਸ ਕਰਕੇ ਲੱਗੀ। ਝੂਠ ਬੋਲਣਗੇ ਜੀ ਅਸੀਂ ਬ੍ਰਹਮ ਗਿਆਨੀ ਬਣ ਗਏ ਜੀ, ਪੂਰਤਾ ਤੱਕ ਪਹੁੰਚ ਗਏ, ਕੋਈ ਵੀ ਨਹੀਂ ਪਹੁੰਚਿਆ। ਜਿਹੜਾ ਜੁਗਤੀ ਲਾਉਂਦਾ ਉਹਨੂੰ ਧਰਮਰਾਜ ਫੜ ਲਵੇਗਾ, ਤੇ ਫਿਰ ਤੁਹਾਡੇ ਵਾਸਤੇ ਸਵਰਗ ਹੈ, ਤੇ ਸਵਰਗ ਦੇ ਵਿੱਚ ਅਮੀਰੀ ਹੈ ਤੇ ਗਰੀਬੀ ਹੈ। ਸਟੇਜ ਦੇ ਉੱਤੇ ਝੂਠ ਬੋਲਣਾ ਕੋਈ ਹੋਰ ਗੱਲ, ਤੇ ਸੱਚ ਦਾ ਸਾਹਮਣਾ ਕਰਨਾ ਕੋਈ ਹੋਰ ਗੱਲ ਹੈ। ਗੁਰਬਾਣੀ ਸੱਚ ਹੈ, ਇਹਦਾ ਸਾਹਮਣਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਇਹ ਗੁਰਬਾਣੀ ਸੱਚ ਹੈ, ਇਸ ਗੁਰਬਾਣੀ ਦਾ ਸਾਹਮਣਾ ਕਰ ਜਾਣਾ ਖਾਲਾ ਜੀ ਦਾ ਵਾੜਾ ਨਹੀਂ। ਸੋ ਸਤਿਗੁਰੂ ਜੀ ਕਹਿੰਦੇ ਪਹਿਲਾਂ ਸਮਝੋ ਧਰਮ ਹੈ ਕੀ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਹੀ ਇਸ ਕਰਕੇ ਹੋਇਆ ਸੀ, ਪੂਰਾ ਮਾਨਸ ਸੱਚ ਚੰਦਰਮਾ ਦੀਸੇ ਨਾਹੀਂ, ਕਹਿ ਚੜਿਆ ਭਾਲਵ ਕੁੰਨੀ ਹੋਈ, ਅੰਧੇਰੇ ਰਾਹੋ ਨਾ ਕੋਈ, ਵਿੱਚ ਹਉਮੈ ਸਭ ਜਗ ਰੋਈ। ਕਹੋ ਨਾਨਕ ਕਿਨ ਗਤ ਹੋਈ। ਬਸ ਉਹ ਵਿਧੀ ਸਮਝਾਉਣਾ ਹੈ ਸਨ, ਗਤੀ ਦੀ ਵਿਧੀ ਕੀ ਹੈ। ਇਹ ਗੁਰਬਾਣੀ ਕੀ ਹੈ, ਜਿਹੜੀ ਤੁਹਾਡੀ ਗਤੀ ਹੋਣੀ, ਗਤੀ ਤੁਸੀਂ ਮਿਟ ਜਾਣਾ ਤੇ ਸਮਾਪਤ ਹੋ ਜਾਣਾ, ਇਹ ਇਸ ਚੀਜ਼ ਦਾ ਗਿਆਨ ਹੈ। ਤੇ ਕੌਣ ਮੰਨੇ, ਤੁਹਾਡੀ ਸੁਰਤ, ਤੁਹਾਡੀ ਸਮਝ, ਤੁਹਾਡੀ ਸੋਚ, ਤੁਹਾਡੀ ਵਿਚਾਰ, ਇਹ ਧਾਰਮਿਕ ਬਣੇ। ਤੁਸੀਂ ਬਾਹਰੋਂ ਧਾਰਮਿਕ ਬਣ ਰਹੇ, ਕੱਪੜੇ ਪਹਿਨ ਕੇ, ਪੋਥੀਆਂ ਪੜ੍ਹ ਕੇ, ਗੁੜ ਕੇ ਪੜ੍ਹ ਕੇ, ਸਮਾਧੀਆਂ ਚ ਬੈਠ ਕੇ, ਧਿਆਨਾਂ ਚ ਬੈਠ ਕੇ ਖੇਡ ਨਹੀਂ। ਸੋ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਪਹਿਲਾਂ ਤੁਹਾਡੀ ਸੁਰਤ, ਤੁਹਾਡੀ ਬੁੱਧੀ, ਤੁਹਾਡੀ ਅਕਲ ਜਦੋਂ ਇਹ ਸਟੇਜ ਤੱਕ ਪਹੁੰਚ ਗਈ, ਜਮਦੂਤ ਵੀ ਤੁਹਾਨੂੰ ਫੜ ਨਹੀਂ ਸਕੇਗਾ। ਤੇ ਸਤਿਗੁਰੂ ਜੀ ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇਹੋ ਜਿਹੀ ਇੰਨੀ ਤਾਕਤ ਰੱਖਦਾ ਨਾਮ, ਸਤਿਗੁਰੂ ਜੀ ਕਹਿੰਦੇ ਇੰਨੀ ਤਾਕਤ ਰੱਖਦਾ ਨਾਮ। ਪਰ ਵਾਹਿਗੁਰੂ ਸਾਹਿਬ ਜੀਓ, ਜਪਜੀ ਸਾਹਿਬ ਮੰਨੇ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਜਾਣਾ, ਰੱਬ ਜੀ ਨੂੰ ਮੰਨ ਜਾਣਾ, ਸਹਿਜ ਦੇ ਵਿੱਚ ਮੰਨ ਜਾਣਾ। ਮੰਨੇ ਮਾਰਗ ਠਾਕ ਨਾ ਪਾਏ, ਇਹੋ ਜਿਹੇ ਮਾਰਗ ਤੇ ਨਹੀਂ ਚੱਲਦਾ ਉਹ। ਮੰਨੇ ਮਾਰਗ ਠਾਕ ਨਾ ਪਾਏ, ਉਹ ਇਨਸਾਨ ਐਸੇ ਮਾਰਗ ਤੇ ਨਹੀਂ ਚੱਲਦਾ। ਲੱਖ ਕਰੋੜੀ ਬੰਧ ਨਾ ਪਰੇ, ਜਿਹਨਾਂ ਨੂੰ ਸਿੱਖ ਜਗਤ ਨੇ ਬੰਧਨ ਪੜੇ, ਲੱਖ ਕਰੋੜੀ ਬੰਧਨ ਪਰੇ, ਬਾਬਿਆਂ ਨੇ ਵੀ ਬੰਧਨ ਬਣਾ ਦਿੱਤਾ। ਇੱਥੇ ਜਿਹੜੇ ਸਤਿਗੁਰੂ ਜੀ ਮੰਨੇ ਮਾਰਗ ਠਾਕ ਨਾ ਪਾਏ, ਰੁਕਾਵਟਾਂ ਆਉਣੀਆਂ,
परमात्मा के नाम जपण करके उस रस्ते ते चलण दियां, उस मार्ग ते चलना किवें, ये प्यारे तरीके हैं। निजम ये गुरबाणी बस ਇਹੋ कुछ ही समझाउंदी, परमात्मा की याद विच जुड़ना ते गुरबाणी कहंदी परमात्मा की याद विच जुड़ना। ते सानू संसारी झमेले ते जां रूहानी ताकतां, अगंमी ताकतां, उन्हां दे आनंद, उन्हां दीयां खुशियां ते उन्हां दे मेले परमात्मा वाले पासे तुरन नहीं दिंदे। इहनूं कहंदे ठाक रहाए। जिहड़ी रुकावट पैंदी विच रुकावट, वो रुकावट नहीं पएगी, वो रुकावट नहीं पवेगी। लाख करोड़ी बंद ना परे, ਜਿਹੜੇ ਲੱਖਾਂ ਕਰੋੜਾਂ ਬੰਨ ਲੱਗ ਜਾਂਦੇ ਸਾਨੂੰ परमात्मा ਦੇ ਰਸਤੇ 'ਚ ਤੁਰ ਨਹੀਂ ਦਿੰਦੇ। ਕਿਹੋ ਜਿਹੇ ਬੰਨ ਯਾਰ? ਗੁਰਬਾਣੀ ਇੱਕ ਗੱਲ ਸਮਝਾਉਂਦੀ ਹੈ, ਇੱਕ ਨਸ਼ਾ ਹੈ, ਨਸ਼ਾ ਰੇਹੜੀਆਂ ਤੇ ਸਿੱਧੀਆਂ ਦਾ। ਜਿਸ ਤਰ੍ਹਾਂ ਕੋਈ ਭੰਗ ਦਾ ਨਸ਼ਾ, ਕਹਿੰਦਾ ਕੋਈ ਜੂਏ ਦਾ ਨਸ਼ਾ, ਕਹਿੰਦਾ ਕੋਈ ਕਿਸੇ ਵੀ ਚੀਜ਼ ਦਾ ਨਸ਼ਾ, ਇਹ ਰੇਹੜੀਆਂ ਤੇ ਸਿੱਧੀਆਂ ਦਾ ਵੀ ਇੱਕ ਨਸ਼ਾ ਜਿਹੜਾ ਇਸ ਮਾਰਗ ਤੇ ਚੱਲਦਾ। ਬੜੇ ਤਰੀਕੇ ਆਪਾਂ ਜਾਣਦੇ। ਕੋਈ ਸਮਾਧੀਆਂ 'ਚ ਬਹਿੰਦਾ, ਕੋਈ ਧਿਆਨਾਂ 'ਚ ਬਹਿੰਦਾ, ਕੋਈ ਪੋਥੀਆਂ ਪੜ੍ਹਦਾ, ਕੋਈ ਗੁਰਕੇ ਪੜ੍ਹਦਾ, ਕੋਈ ਤੀਰਥਾਂ ਤੇ ਜਾਂਦਾ, ਕੋਈ ਮਾਲਾ ਫੜਦਾ, ਕੋਈ ਕੁੰਡਲੀ ਦੀਆਂ ਸ਼ਕਤੀਆਂ ਜਾਗਤ ਕਰਨ ਵਾਸਤੇ, ਕਈ ਤਰ੍ਹਾਂ ਦੀਆਂ ਟੱਕਰਾਂ ਇਹਨਾਂ ਰੇਹੜੀਆਂ ਸਿੱਧੀਆਂ ਤੱਕ ਪਹੁੰਚਣ ਵਾਸਤੇ। ਇਹਨਾਂ ਦੇ ਵਿੱਚੋਂ ਬਾਹਰ ਨਿਕਲਣਾ ਇਹ ਰੇਹੜੀਆਂ ਸਿੱਧੀਆਂ ਨਹੀਂ। ਸਪੋਜ਼ ਮੰਨ ਕੇ ਚੱਲ कोई अजब तरह की एक रूहानियत खेड वापर गई। नाम जपदे फिरदे तुरिया फिरदे ਉਹਦੇ ਵਿੱਚ ਹੁੰਦਾ ਕੀ? ਤੁਹਾਡਾ ਸਰੀਰ ਇੰਜ ਲੱਗੇ ਜਿਵੇਂ ਕਿਸੇ ਨਸ਼ੇ ਵਿੱਚ ਤੁਰਿਆ ਫਿਰਦਾ। ਨਸ਼ੇ ਵਿੱਚ ਉਹ ਨਸ਼ਾ ਤੁਹਾਨੂੰ माइंड ही माइंड करके, मन ही मन करके, सोच ही सोच करके होर बनने ले जा रहा है। कोई अजब तरह के नज़ारे आ रहा है। एक नशा रूहानी ताकतां दा, नशा रूहानी ताकतां दा। जिस तरह कोई भंग का नशा, कोई शराब का नशा, तो किसी ने बहुत ज्यादा पीती होवे तो पैर धरती ते नहीं लगते। इसी तरह ही ये नशा पैर धरती ते नहीं लगते जो बहुत ज्यादा खेड़ वरतदी। ਇਹਦੇ ਵਿੱਚੋਂ ਬਾਹਰ ਨਿਕਲਣਾ ਇਹ ਨਹੀਂ, ਇਹ ਬੰਦ ਹਨ। ਕਰਨਾ ਕੀ? ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਤੇ ਉਹਦੇ ਨਾਲ ਗੱਲਬਾਤ ਕਰਨੀ, ਉਹਦੇ ਨਾਲ ਵਿਚਾਰ ਕਰਨੀ। ਮਾਲਕ ਜੀ ਤੂੰ ਇਹਨਾਂ ਨੂੰ ਪਾਸੇ ਰੱਖਣਾ ਨਹੀਂ। ਇਹ ਨਹੀਂ। ਤੁਹਾਡਾ ਮਾਈਂਡ ਫਿਰ ਖਿੱਚ ਕੇ ਉਧਰ ਲੈ ਜਾਵੇਗਾ। ਪਤਾ ਨਹੀਂ ਕਦੋਂ ਮੁੜੋਗੇ। ਹੋ ਸਕਦਾ 1 ਮਿੰਟ ਲੱਗ ਜੇ, 2 ਮਿੰਟ ਲੱਗ ਜਾਣ, 3। ਇਹ ਜਿਹੜੀ ਤੁਸੀਂ ਇਹਨਾਂ ਸ਼ਕਤੀਆਂ ਦੇ ਆਨੰਦ ਵਿੱਚ ਫਿਰਦੇ ਹੋ, ਇਹ ਧਰਮ ਨਹੀਂ। ਇਹਦੇ ਵਿੱਚੋਂ ਬਾਹਰ ਕੱਢ ਕੇ ਮਨ ਨੂੰ ਜਦੋਂ ਨਿਰੰਕਾਰ ਦੀ ਯਾਦ ਵਿੱਚ ਜੋੜੋਗੇ, ਨੋਟ ਕਰ ਲੈਣਾ, ਚੰਗੀ ਤਰ੍ਹਾਂ ਨੋਟ ਕਰ ਲੈਣਾ ਕੀ ਹੈ। ਠਾਕ ਨਾ ਪਾਏ ਇੱਕ ਰੁਕਾਵਟ ਰਿੱਧੀਆਂ ਤੇ ਸਿੱਧੀਆਂ ਦੀ, ਨਸ਼ਾ ਭੰਗ ਦੇ ਨਸ਼ੇ ਵਰਗਾ, ਮਸਤੀ ਵਿੱਚ ਚੂਰ, ਆਨੰਦ ਵਿੱਚ ਕਿਸੇ ਵਿੱਚ ਤੁਰਿਆ ਫਿਰ ਰਿਹਾ ਤੇ ਜਾਂ ਕਿਸੇ ਸਮਾਧੀ 'ਚ ਬਹਿ ਗਿਆ। ਸਮਾਧੀ 'ਚ ਬੈਠੇ ਨੂੰ 10 ਮਿੰਟ ਹੋ ਗਏ, 20 ਮਿੰਟ ਹੋ ਗਏ, ਘੰਟਾ ਹੋ ਗਿਆ, 2 ਘੰਟੇ ਹੋ ਗਏ। ਪਰਿਵਾਰ ਵਾਲੇ ਵੀ ਜਾਣਦੇ ਹੁੰਦੇ ਜਿਹੜਾ ਬੰਦਾ ਇਸ ਮਾਰਗ ਦਾ ਪਾਂਧੀ ਹੁੰਦਾ, ਉਹਦੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਹੁੰਦਾ ਕਮ ਸੇ ਕਮ ਵੀ ਇਹ ਬੰਦਾ ਧਰਮ ਦੇ ਮਾਰਗ ਤੇ ਚੱਲਣ ਵਾਲਾ। ਚਾਹੇ ਤੁਸੀਂ ਰਾਤ ਦੇ 1 ਵਜੇ ਤੇ ਚਾਹੇ 2 ਵਜੇ ਆਪਣੇ ਘਰ ਦੇ ਵਿੱਚ, ਵਿਹੜੇ ਵਿੱਚ, ਜਿੰਨੀ ਕੁ ਵੀ ਜਗ੍ਹਾ ਜਿੱਥੇ ਤੁਸੀਂ ਰਾਉਂਡ ਲਾਉਂਦੇ ਲਾ ਰਹੇ ਹੋ, ਕੋਈ ਵੀ ਪਰਿਵਾਰ ਦਾ ਤੁਹਾਡੇ ਦਾ ਜੀ ਉੱਠਦਾ, ਚਾਹੇ 12 ਵਜੇ, ਚਾਹੇ 1 ਵਜੇ, ਚਾਹੇ 2 ਵਜੇ, ਉਹਨਾਂ ਨੂੰ ਕੋਈ ਬਹੁਤਾ ਉਹ ਨਹੀਂ ਮਹਿਸੂਸ ਹੁੰਦਾ। ਉਹਨਾਂ ਨੂੰ ਪਤਾ ਵੀ ਇਹ ਬੰਦਾ ਰੱਬ ਦੇ ਮਾਰਗ ਤੇ ਚੱਲਣ ਵਾਲਾ। ਤੇ ਰਾਤ ਭਾਵੇਂ ਸਾਰੀ ਰਾਤ ਤੁਰਿਆ ਫਿਰੇ, ਕੋਈ ਤੁਹਾਨੂੰ ਆ ਕੇ ਰੋਕੇਗਾ ਨਹੀਂ। ਪਤਾ ਉਹਨਾਂ ਨੂੰ ਕੋਈ ਸਮਾਧੀ 'ਚ ਬਹਿਣ ਵਾਲਾ, ਤੁਸੀਂ 1 ਵਜੇ ਉੱਠ ਕੇ, 12 ਵਜੇ ਉੱਠ ਕੇ ਸਮਾਧੀ ਵਿੱਚ ਬਹਿ ਜਾਂਦੇ ਹੋ, ਤੁਹਾਨੂੰ ਰੋਕੇਗਾ ਕੋਈ ਨਹੀਂ। ਪਤਾ ਹੀ ਰੱਬ ਦੇ ਰਾਹ ਤੇ ਤੁਰਨ ਵਾਲਾ ਬੰਦਾ। ਕੋਈ ਪਾਠ ਕਰਨ ਵਾਲਾ, ਉਹ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਹੱਥ ਵਿੱਚ ਗੁਟਕਾ ਫੜ ਕੇ ਜਾਂ ਜ਼ਬਾਨੀ ਜਾਂ ਮੋਬਾਈਲ ਤੇ ਪਾਠ ਕਰ ਲੱਗਾ, ਉਹਨੂੰ ਰੋਕੇਗਾ ਕੋਈ ਨਹੀਂ।
1 ਵਜ ਗਿਆ ਤੇ ਤੂੰ ਕਿਹੜੇ ਕੰਮ ਪੈ ਗਿਆ, ਸੌਂ ਲਾ, ਆਰਾਮ ਕਰ ਲਾ, ਦਿਨੇ ਕੋਈ ਕੰਮ ਕਰਨਾ। ਕੋਈ ਵਿਹੜੇ ਦੇ ਵਿੱਚ ਕੋਈ ਆਮ ਬੰਦਾ, ਕੋਈ ਘਰ ਦਾ ਪਰਿਵਾਰ ਦਾ ਜੀ 12-1 ਵਜੇ ਤੁਰਿਆ ਫਿਰਦਾ ਹੋਵੇ ਤੇ ਘਰਦਿਆਂ ਨੂੰ ਫਿਕਰ ਪੈ ਜਾਂਦਾ ਹੈ। ਜਿਹੜਾ ਇਸ ਮਾਰਗ ਦਾ ਪੰਥੀ ਨਾ ਹੋਵੇ ਇਹਨੂੰ ਤੇ ਵੇਖਿਆ ਹੀ ਨਹੀਂ ਕਦੀ, ਨਹੀਂ ਰਾਤ ਤੋਂ ਜਾਗਦਾ, ਕੋਈ ਟੈਨਸ਼ਨ ਨਾ ਲੈ ਗਿਆ ਹੋਵੇ, ਉੱਠਦੇ ਤੇ ਸਹਿਜ ਨਾ ਜਾ ਕੇ ਪੁੱਛਦੇ ਠੀਕ ਹੈ ਤੁਹਾਡਾ, ਠੀਕ ਮੈਨੂੰ ਕੀ ਹੋਇਆ, ਉਹ ਕਿਤੇ ਕੋਈ ਇਸ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਲੈ ਜਾਈ। ਅਸੀਂ ਆਖਿਆ ਕੋਈ ਸੋਚਦਾ ਨਾ ਹੋਵੇ, ਉਹ ਕਾਰਨ ਕੀ ਇੱਡੀ ਰਾਤ ਹੀ ਤੁਰਿਆ ਫਿਰਦਾ, ਕੋਈ ਨਾ ਕੋਈ ਟੈਨਸ਼ਨ ਤੇ ਨਹੀਂ ਲੈਂਦਾ। ਜਿਹੜਾ ਇਸ ਮਾਰਗ ਦਾ ਪਾਂਧੀ ਹੋਵੇ ਉਹਨਾਂ ਨੂੰ ਪਤਾ ਹੁੰਦਾ, ਪਰਿਵਾਰ ਵਾਲਿਆਂ ਨੂੰ, ਇਹ ਟੈਨਸ਼ਨ ਟੋਸ਼ਨ ਕੋਈ ਨਹੀਂ, ਤੇ ਮਾਲਕ ਦੀ ਯਾਦ ਵਿੱਚ ਜੁੜਨ ਵਾਲਾ ਬੰਦਾ ਉਹਨੂੰ ਕੋਈ ਨਹੀਂ ਪੁੱਛਦਾ, ਪਤਾ ਹੁੰਦਾ ਇਹ ਮਾਲਕ ਨਾਲ ਜੁੜਿਆ। ਉਹ ਜਦੋਂ ਮਾਲਕ ਨਾਲ ਜੁੜਿਆ, ਚਾਹੇ ਉਹ ਸਮਾਧੀ ਵਿੱਚ ਹੈ, ਚਾਹੇ ਗੁਟਕਾ ਫੜ ਕੇ, ਚਾਹੇ ਤੁਰਿਆ ਫਿਰ ਰਿਹਾ, ਉਹਨੂੰ ਇਹ ਵਾਲੀਆਂ ਖੇਡਾਂ ਵਰਤਣਗੀਆਂ। ਇੱਕ ਅਵਸਥਾ ਆਵੇਗੀ, ਇੱਕ ਅਜੀਬ ਤਰ੍ਹਾਂ ਦੇ ਨਸ਼ੇ ਵਿੱਚ ਤੁਹਾਡਾ ਸਰੀਰ, ਚਾਹੇ ਸਮਾਧੀ ਵਿੱਚ ਹੋ, ਪਤਾ ਹੀ ਨਹੀਂ 2 ਘੰਟੇ 4 6 8 10 ਘੰਟੇ ਕਦੋਂ ਨਿਕਲ ਗਏ। ਉਹ ਕੀ ਤੁਹਾਨੂੰ ਵਾਕਈ ਪਰਮਾਤਮਾ ਦੀ ਯਾਦ ਨਾਲ ਜੋੜ ਰਿਹਾ ਹੈ? ਜੇ ਤੇ ਤੁਸੀਂ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋ ਤੇ ਤੁਹਾਡਾ ਪ੍ਰਵਾਨ। ਜੇ ਤੁਹਾਡੇ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ ਤੇ ਇਹ ਜਿਹੜਾ ਨਸ਼ਾ ਤੁਹਾਨੂੰ ਕਿਤੇ ਦੂਰ ਲਿਜਾ ਰਿਹਾ, ਉਜਾੜ ਵੀ ਆ ਬਾਣ ਵਿੱਚ, ਨੋਟ ਕਰ ਲੈਣਾ ਚੰਗੀ ਤਰ੍ਹਾਂ, ਦਿਮਾਗ ਦੀ ਖਿੜਕੀ ਖੋਲ ਕੇ। ਧਰਮ ਅਸਲ ਦੇ ਵਿੱਚ ਹੈ ਕਿ ਕੰਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਰੂਮ ਕੱਢ ਕੇ, ਇਹ ਆਨਲਾਈਨ ਵੀ ਸਾਰਿਆਂ ਨੂੰ ਐ ਨਹੀਂ ਵੀ ਆਪਣੇ ਗੁਰੂ ਘਰ ਵਿੱਚ ਜਾਂ ਨਗਰ ਵਿੱਚ ਹੀ ਹਰ ਰੋਜ਼ ਹੀ ਸੰਗਤ ਜਾਣਦੀ, ਆਨਲਾਈਨ ਵੀ ਗੱਲ ਜਾਂਦੀ, ਤੇ ਸੰਗਤ ਜਿਹੜੀ ਸੁਣਦੀ ਕਿਸੇ ਤਰ੍ਹਾਂ ਵੀ, ਉਹ ਚੰਗੀ ਤਰ੍ਹਾਂ ਧਿਆਨ ਕਰਨਾ। ਜੋ ਰੂਮ ਕੱਢ ਕੇ ਸੁਣਨ ਦਾ ਮਤਲਬ ਹੁੰਦਾ ਧਿਆਨ ਨਾਲ। ਕਈ ਵਾਰੀ ਕੰਨਾਂ ਦੇ ਵਿੱਚ ਆਵਾਜ਼ ਜਾਂਦੀ ਨਹੀਂ, ਸੁਰਤ ਕਿਸੇ ਪਾਸੇ ਹੋਰ ਉੱਡਦੀ ਹੁੰਦੀ। ਨੁਕਤੇ ਹਨ ਪਿਆਰੇ ਧਰਮ ਦੀ ਦੁਨੀਆ ਦੇ ਨੁਕਤੇ, ਮੰਨੇ ਮਾਰਗ ਠਾਕ ਨਾ ਪਾਏ, ਲੱਖ ਕਰੋੜੀ ਬੰਦ ਨਾ ਪਰੇ, ਹਰ ਕਾ ਨਾਮ ਜਪਤਨੇ ਤਰੇ। ਤੇ ਤੁਸੀਂ ਕੀ ਕਰਨਾ, ਪਰਮਾਤਮਾ ਦਾ ਨਾਮ ਜਪਣਾ, ਵਾਹਿਗੁਰੂ 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 ਵਾਹਿਗੁਰੂ। ਤੇ ਇਹ ਜਿਹੜਾ ਨਸ਼ਾ ਤੁਹਾਡੇ ਉੱਤੇ ਛਾਇਆ ਰਿੱਧੀਆਂ ਤੇ ਸਿੱਧੀਆਂ ਦਾ, ਜਾਂ ਕਿਸੇ ਆਨੰਦ ਵਿੱਚ ਲਈ ਫਿਰਦਾ, ਕੋਈ ਅਜੀਬ ਤਰ੍ਹਾਂ ਦਾ ਨਸ਼ਾ ਹੈ, ਉਹ ਤੁਹਾਨੂੰ ਕਿਸੇ ਪਾਸੇ ਲਿਜਾ ਰਿਹਾ, ਤੁਸੀਂ ਕਿਸੇ ਅਸਮਾਨ ਵਿੱਚ ਉੱਡ ਰਿਹਾ ਹੈ, ਤੁਹਾਡੀ ਸੁਰਤੀ ਕਿਤੇ ਜਾ ਰਹੀ, ਉਸ ਸੁਰਤੀ ਨੂੰ ਉੱਧਰ ਨਹੀਂ ਜਾਣ ਦੇਣਾ। ਧਰਮ ਕੀ ਹੈ, ਉਸ ਸੁਰਤੀ ਦੇ ਮਗਰ ਨਹੀਂ ਜਾਣਾ, ਉਹਦੇ ਵਿੱਚੋਂ ਬਾਹਰ ਨਿਕਲਣਾ ਤੇ ਪਰਮਾਤਮਾ ਦੀ ਯਾਦ ਵਿੱਚ ਜੁੜਨਾ। ਜਿਹਨੂੰ ਸਮਝ ਆ ਗਈ ਤੇ ਜਿਆਦਿਆਂ ਨੂੰ ਸਮਝ ਨਹੀਂ ਆਉਣੀ, ਪਤਾ ਨਹੀਂ ਬਾਬਾ ਕਹਿੰਦਾ ਕੀ। ਕਿਉਂਕਿ ਕੇਵਲ ਗੁੜ ਕੇ ਪੋਥੀਆਂ ਪੜ੍ਹਨ ਵਾਲੇ ਜਿਹੜੇ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ, ਸਾਰੀ ਉਮਰ ਹੀ ਕੇਵਲ ਗੁੜ ਕੇ ਪੋਥੀਆਂ ਪੜ੍ਹਦੇ ਰਹਿੰਦੇ, ਉਹਨਾਂ ਨੂੰ ਇਹ ਵਸਤਾ ਵੀ ਪ੍ਰਾਪਤ ਨਹੀਂ ਹੁੰਦੀ। ਉਹ ਆਂਦੇ ਫਿਰ ਇਹ ਪਤਾ ਨਹੀਂ ਕੀ, ਪਤਾ ਨਹੀਂ। ਇਹ ਜਿਹੜੇ ਸਮਾਧੀਆਂ 'ਚ ਬਹਿਣ ਵਾਲੇ, ਧਿਆਨਾਂ 'ਚ ਬਹਿਣ ਵਾਲੇ, ਗਿਣਤੀ ਦੇ ਪਾਠ ਕਰਨ ਵਾਲੇ, ਉਹਨਾਂ ਨੂੰ ਪਤਾ। ਇਹ ਜਿਹੜੇ ਸਮਾਧੀਆਂ 'ਚ ਬਹਿਣ ਵਾਲੇ, ਧਿਆਨਾਂ 'ਚ ਬਹਿਣ ਵਾਲੇ, ਲੰਮੀਆਂ ਲੰਮੀਆਂ ਜਿਨ੍ਹਾਂ ਨੇ ਤਾਰੀਆਂ ਲਾਈਆਂ, ਤਾਰ, ਕਿਸੇ ਨੇ ਮੱਥੇ 'ਚ ਧਿਆਨ ਧਰਿਆ, ਕਿਸੇ ਨੇ ਵੈਸੇ ਲੱਕ ਦੀ ਰੀੜ ਦੀ ਹੱਡੀ ਸਿੱਧੀ ਕਰਕੇ ਤੇ ਕੋਈ ਜਪ ਜਪਿਆ ਤੇ ਲੰਮਾ ਲੰਮਾ ਜਪਿਆ, ਕਿਸੇ ਨੇ ਇੱਕ ਜਿਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ 1 ਵਾਰੀ 2 ਵਾਰੀ 3 ਵਾਰੀ 4 ਵਾਰੀ 5 ਵਾਰੀ ਬਹਿ ਕੇ ਜਿਹਨਾਂ ਕੀਤਾ ਰੱਖ ਲਿਆ। ਜਿਨ੍ਹਾਂ ਨੇ ਮੂਲ ਮੰਤਰ ਕਈ ਮਾਲਾ ਲਾਈਆਂ, ਉਹਨਾਂ ਨੂੰ ਇਹਨਾਂ ਖੇਡਾਂ ਦਾ ਪਤਾ ਹੈ। ਜਿਹੜੇ ਕੇਵਲ ਗੁੜ ਕੇ ਪੋਥੀਆਂ ਪੜ੍ਹਨ ਵਾਲੇ, ਉਹਨਾਂ ਵਿਚਾਰਿਆਂ ਨੂੰ ਕੋਈ ਪਤਾ ਨਹੀਂ। ਉਹ ਤੇ ਮੈਂ ਵੇਖਿਆ ਉਮਰਾਂ ਵੀ ਗਾਲ ਕੇ ਤੁਰ ਜਾਂਦੇ, ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਪੈਂਦਾ। ਇਹ ਜਿਹੜਾ ਸਵਰਗ ਹੈ ਇਹ ਅੱਗੇ ਬੰਨ ਲੈਂਦਾ। ਜਿਹੜਾ ਕੇਵਲ ਪੋਥੀਆਂ ਗੁੜ ਕੇ ਪੜ੍ਹਨ ਵਾਲਾ, ਇਹਨਾਂ ਨਾਲੋਂ ਲੱਖ ਗੁਣਾ ਚੰਗਾ ਹੈ। ਜਿਹੜਾ ਮੰਗਦਾ ਨਹੀਂ ਬਹੁਤਾ, ਜਿਹੜਾ ਝਾਕ ਨਹੀਂ ਰੱਖਦਾ, ਜਾਂ ਜਿਸ ਨੂੰ ਇਸ ਤਰ੍ਹਾਂ ਦੀਆਂ ਖੇਡਾਂ ਪ੍ਰਾਪਤ ਨਹੀਂ ਹੋਈਆਂ, ਤੇ ਜਿਹਨੂੰ ਇਸ ਤਰ੍ਹਾਂ ਦੀਆਂ ਖੇਡਾਂ ਪ੍ਰਾਪਤ ਹੋ ਗਈਆਂ ਤੇ ਉਹਦੇ ਮਗਰ ਭੱਜ ਉੱਠਿਆ ਅਜੀਬ ਤਰ੍ਹਾਂ ਦਾ ਨਸ਼ਾ, ਇੱਕ ਮਸਤੀ, ਇੱਕ ਅਜੀਬ ਤਰ੍ਹਾਂ ਦਾ ਆਨੰਦ। ਤੁਰੇ ਫਿਰਦੇ ਵੀ ਜਿਵੇਂ ਕੋਈ ਸ਼ਰਾਬੀ ਡੋਲਦਾ, ਵੇਖਿਆ ਬੰਦਾ ਅਜੀਬ ਹੀ ਨਸ਼ੇ ਵਿੱਚ ਕਿਸੇ ਵਿੱਚ। ਲੋਕ ਫਿਰ ਬਾਬਾ ਜੀ ਕਹਿਣਗੇ। ਉਹ ਜਿਹੜੀ ਸੁਰਤੀ ਹੈ ਉੱਧਰ ਨਹੀਂ ਜਾਣ ਦੇਣੀ, ਉਹਦੇ ਵਿੱਚੋਂ ਕੱਢਣੀ ਜੋ ਕੁਝ ਵੀ ਤੁਹਾਨੂੰ ਆਨੰਦ ਆ ਰਿਹਾ, ਜੋ ਕੁਝ ਵੀ ਤੁਸੀਂ ਉੱਡ ਰਹੇ ਹੋ, ਜੋ ਕੁਝ ਵੀ ਤੁਹਾਨੂੰ ਨਸ਼ਾ ਛਾਇਆ ਹੋਇਆ, ਉਹਦੇ ਵਿੱਚੋਂ ਬਾਹਰ ਨਿਕਲਣਾ। ਉਸ ਨਸ਼ੇ ਦੇ ਧੁੱਤ ਹੋਏ ਉਸ ਪਾਸੇ ਨੂੰ ਜਾਣਾ। ਰਿੱਧੀਆਂ ਸਿੱਧੀਆਂ ਦਾ ਨਸ਼ਾ ਧੁੱਤ ਹੋਏ ਨਸ਼ੇ ਵਿੱਚ, ਰਿੱਧੀਆਂ ਸਿੱਧੀਆਂ ਦੇ ਨਸ਼ੇ ਵਿੱਚ, ਉਹਦੇ ਵਿੱਚੋਂ ਬਾਹਰ ਨਿਕਲ ਕੇ ਮਾਲਕ ਦੀ ਯਾਦ ਵਿੱਚ ਜੁੜਨਾ। ਮਾਲਕ ਜੀ ਤੂੰ ਹੈ,
ਤੇ ਇਹ ਗੇਂਦ ਚਲ ਗਈ ਤੇਰੇ ਪਾਲੇ 'ਚ, ਤੇਰੇ ਪਾਰੇ ਵਿੱਚ ਗੇਂਦ ਚਲੇ ਗਈ। ਹੁਣ ਤੇਰੇ ਹਵਾਲੇ ਇਹ ਜਿਹੜੀਆਂ ਖੇਡਾਂ ਮੈਨੂੰ ਇਹ ਨਹੀਂ ਚਾਹੀਦੀਆਂ, ਤੂੰ ਚਾਹੀਦਾ। ਤੇ ਜੇ ਤੇਰੀ ਕਿਰਪਾ ਹੈ ਤੇ ਪ੍ਰਵਾਨ, ਬਾਕੀ ਆਪਾਂ ਤੇ ਤੁਹਾਡੇ ਵਾਹਿਗੁਰੂ ਜੀ ਆਸ਼ਕ ਹਾਂ। ਮੈਨੂੰ ਇਹਨਾਂ ਰੀਧੀਆਂ ਨਾਲ, ਇਹਨਾਂ ਸਿੱਧੀਆਂ ਨਾਲ ਕੋਈ ਲੈਣਾ ਦੇਣਾ ਨਹੀਂ। ਸੁਰਤ ਤੁਹਾਡੀ, ਸੁਰਤ ਨੋਟ ਕਰ ਲੈਣਾ, ਚੰਗੀ ਤਰ੍ਹਾਂ ਨੋਟ ਕਰ ਲੈਣਾ। ਧਰਮ ਹੁੰਦਾ ਕੀ? ਇਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਉੱਭਰ ਕੇ ਮਾਲਕ ਦੀ ਯਾਦ ਵਿੱਚ ਜੁੜਨਾ ਤੇ ਵੇਖਣਾ। ਉਸ ਟਾਈਮ ਤੇ ਜੇ ਤੁਸੀਂ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਹੋ, ਮੰਗ ਕੁਛ ਨਹੀਂ ਰਹਿ। ਨਹੀਂ ਮਾਲਕ ਜੀ ਤੇਰਾ ਧੰਨਵਾਦ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਹੋਵੇ। ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਤੇ ਤੇਰੀ ਸ਼ਰਨ ਵਿੱਚ ਆਇਆ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ। ਮੈਨੂੰ ਮੇਰੇ ਹਿਸਾਬ ਨਾਲ ਨਹੀਂ, ਤੇਰੇ ਹਿਸਾਬ ਨਾਲ। ਬਸ ਆਹ ਧਰਮ ਹੈ। ਪਰ ਵੇਖ ਲੈਣਾ, ਇਹ ਪਾਸੇ ਨੂੰ ਨਹੀਂ ਮਨ ਚੱਲੇਗਾ। ਵੇਖ ਲੈਣਾ ਜਿਹੜੇ ਅਭਿਆਸੀ ਲੋਕ ਹਨ, ਜਿਹੜੇ ਅਭਿਆਸ ਕਰਦੇ, ਚਾਹੇ ਕਿਸੇ ਸ਼ਬਦ ਨੂੰ ਬਾਰ-ਬਾਰ ਜਪਣ ਦਾ, ਚਾਹੇ ਵਾਹਿਗੁਰੂ ਨੂੰ ਜਪਣ ਦਾ, ਚਾਹੇ ਕਿਸੇ ਵੀ ਤਰ੍ਹਾਂ ਜਿਹੜੇ ਅਭਿਆਸ ਕਰਦੇ ਅਭਿਆਸੀ ਲੋਕ, ਇਹ ਉਹਨਾਂ ਵਾਸਤੇ ਨੁਕਤਾ ਬਹੁਤ ਜ਼ਿਆਦਾ ਬੇਸਕੀਮਤੀ ਹੈ ਨੁਕਤਾ। ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੀ ਧਰਮ ਹੈ। ਕੋਈ ਰਿਧੀਆਂ ਤੇ ਕੋਈ ਸਿੱਧੀਆਂ ਦੇ ਜਾਲ ਵਿੱਚ ਵਲੇਟੇ ਜਾਣਾ ਧਰਮ ਨਹੀਂ। ਰਿਧੀਆਂ ਤੇ ਸਿੱਧੀਆਂ ਦੇ ਜਾਲ ਵਿੱਚ ਬਾਹਰ ਮਿਲ ਕੇ ਨਿਰੰਕਾਰ ਨਾਲ ਯਾਦ ਜੋੜਨੀ। ਨਿਆਣਾ ਗੱਲ ਕਰੇ ਤੇ ਸਿਆਣਾ ਉਹਦਾ ਕਿਆਸ ਕਰੇ। ਨਿਆਣਾ ਕਰੇ ਗੱਲ ਤੇ ਸਿਆਣਾ ਕਿਆਸ ਕਰੇ। ਹੋ ਸਕਦਾ ਮੈਂ ਨਿਆਣਾ ਗੱਲ ਕਰ ਰਿਹਾ ਵਾਂ, ਜੇ ਲੱਗੇ ਇਹ ਗੱਲ ਗਲਤ ਹੈ, ਇਸ ਨੂੰ ਚੰਗੀ ਤਰ੍ਹਾਂ ਵਿਚਾਰਨਾ, ਚੰਗੀ ਤਰ੍ਹਾਂ ਪੜਤਾਲਣਾ, ਚੰਗੀ ਤਰ੍ਹਾਂ ਖੋਜ ਕਰਨੀ। ਉਦੋਂ ਬਾਅਦ ਜੇ ਲੱਗਦਾ ਗਲਤ, ਚਾਰ ਬੰਦੇ ਇਕੱਤਰ ਹੋਣੇ, ਇਸ ਤਰ੍ਹਾਂ ਗਲਤ ਹੋ ਰਿਹਾ, ਇਕੱਤਰ ਹੋਣੇ, ਵਿਚਾਰ ਕਰਨੀ, ਫੇਰ ਡੰਗਾਈ ਨਾ ਕਰਨੀ, ਸੋਚਣਾ, ਫੇਰ ਮੇਰੇ ਕੋਲ ਆ ਜਾਣਾ। ਤਲਵਾਰ ਨਾਲ ਨਹੀਂ, ਵਿਚਾਰ ਨਾਲ ਆਪਾਂ ਜਦੋਂ ਆਖੋਗੇ ਗੱਲ ਕਰਾਂਗੇ, ਜਦੋਂ ਮਰਜੀ। ਇਹ ਰਿਧੀਆਂ ਸਿੱਧੀਆਂ ਵਿੱਚ ਤੁਹਾਨੂੰ ਲੈ ਕੇ ਜਾਵੇਗੀ ਇਹ ਵਾਲੀ ਤਾਰ। ਇੱਕ ਅਜੀਬ ਤਰ੍ਹਾਂ ਦਾ ਨਸ਼ਾ, ਇੱਕ ਅਜੀਬ ਤਰ੍ਹਾਂ ਦਾ ਖੇੜਾ, ਇੱਕ ਅਜੀਬ ਤਰ੍ਹਾਂ ਦੀ ਬਹਾਰ ਕਿੱਧਰ ਨੂੰ ਜਾ ਰਿਹਾ, ਉਸ ਮਸਤੀ ਵਿੱਚ ਨਹੀਂ ਵੜਨਾ। ਇਹ ਪੀਰਾਂ ਦੀ, ਇਹ ਫਕੀਰਾਂ ਦੀ, ਇਹ ਦੇਵੀਆਂ ਦੀ, ਇਹ ਦੇਵਤਿਆਂ ਦੀ ਇਹ ਚਾਲ ਹੈ। ਭਗਤਾਂ ਦੀ ਚਾਲ ਨਿਰਾਲੀ। ਇਹ ਭਗਤਾਂ ਦੀ ਚਾਲ ਨਹੀਂ। ਕੰਨਾਂ ਵਿੱਚ ਟੀ ਦੇ ਆਨੰਦ, ਦਿਮਾਗ ਵਿੱਚ ਸ਼ਾਹ ਦੇ ਆਨੰਦ, ਤੁਰੇ ਫਿਰਦੇ ਆ। ਕੋਈ ਅਜੀਬ ਤਰ੍ਹਾਂ ਦੀ ਮਸਤੀ, ਅਜੀਬ ਤਰ੍ਹਾਂ ਦਾ ਖੇੜਾ, ਅਜੀਬ ਤਰ੍ਹਾਂ ਦਾ ਨਸ਼ਾ। ਉਸ ਨਸ਼ੇ ਦੇ ਵਿੱਚ ਚੂਰ ਹੋ ਕਰਕੇ ਬਾਬੇ ਨਹੀਂ ਬਣਨਾ। ਉਸ ਨਸ਼ੇ ਵਿੱਚ ਚੂਰ ਹੋ ਕੇ ਬਾਬੇ ਨਹੀਂ ਬਣਨਾ। ਯਾਦ ਮਾਲਕ ਜੀ ਦੀ ਤੁਹਾਡੇ ਹਿਰਦੇ ਵਿੱਚ ਜੁੜੀ ਹੋਣੀ ਚਾਹੀਦੀ। ਤੇ ਉਸ ਯਾਦ ਵਿੱਚ ਤੁਸੀਂ ਮਾਲਕ ਨੂੰ ਕਹਿ ਰਹੇ ਹੋ, ਮਾਲਕ ਜੀ ਤੁਹਾਡੇ ਪਾਰੇ ਵਿੱਚ ਗੇਂਦ ਆ ਗਈ, ਮੇਰੇ ਹੱਥ ਨਹੀਂ ਤੇਰੇ ਹੱਥ, ਮੇਰੇ ਹੱਥ ਨਹੀਂ ਤੇਰੇ ਹੱਥ, ਜੋ ਤੂੰ ਚਾਵੇਂ। ਇਹ ਰਿਧੀਆਂ ਤੇ ਇਹ ਸਿੱਧੀਆਂ ਮੇਰੀ ਕੋਈ ਮੰਗ ਨਹੀਂ। ਜੋ ਮੇਰੀ ਝੋਲੀ ਵਿੱਚ ਤੁਸੀਂ ਪਾ ਦਿਓਗੇ ਮੈਨੂੰ ਪ੍ਰਵਾਨ, ਪਰ ਮੈਂ ਤੁਹਾਡਾ ਆਸ਼ਕ ਹਾਂ। ਤੁਹਾਡੀ ਸੁਰਤ ਜੁੜੀ ਹੋਵੇ, ਤੁਹਾਡੀ ਸੁਰਤ। ਜਦੋਂ ਪਿਆਰੇ ਤੁਸੀਂ ਰਸਤੇ ਤੇ ਜਾ ਰਹੇ ਹੋਗੇ ਤੇ ਇਹ ਰਿਧੀਆਂ ਤੇ ਸਿੱਧੀਆਂ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਣਗੀਆਂ। ਮੰਨੇ ਮਾਰਗ ਥਾਕ ਨਾ ਪਾਏ। ਜਿਹੜਾ ਮੰਨੇਗਾ ਉਹਦੇ ਰਸਤੇ ਵਿੱਚ ਰੁਕਾਵਟਾਂ ਨਹੀਂ ਆਉਣਗੀਆਂ। ਉਹਦੇ ਰਸਤੇ ਵਿੱਚ ਰੁਕਾਵਟਾਂ ਨਹੀਂ ਆਉਣਗੀਆਂ। ਲੱਖ ਕਰੋੜੀ ਬੰਦ ਨਾ ਪਰੇ, ਜਿਹਨੂੰ ਬਾਬਿਆਂ ਨੇ ਬੰਧਨ ਪਰੇ। ਸਾਡੇ ਸਿੱਖ ਜਗਤ ਵਿੱਚ ਆਮ ਤੌਰ ਤੇ ਮੈਂ ਸਟੇਟਸ ਪਾਉਂਦਾ ਰਹਿਣਾ ਫੇਸਬੁੱਕ ਤੇ, ਪਰ ਜਵਾਬ ਕੋਈ ਨਹੀਂ ਦਿੰਦਾ ਕਿ ਸਿੱਖ ਜਗਤ ਕੀ ਕਾਰਨ ਹੈ, ਕੀ ਰੌਲਾ ਪੈ ਗਿਆ। ਗੁਰਬਾਣੀ ਨੂੰ, ਸਤਿਗੁਰੂ ਦੀ ਨੂੰ ਅਸੀਂ ਗਲਤ ਕਿਉਂ ਸਮਝਦੇ? ਸਾਰੇ ਦਾ ਸਾਰਾ ਸਿੱਖ ਜਗਤ ਇਹਨੂੰ ਬੰਧਨ ਪਰੇ ਕਿਉਂ ਪੜਦਾ? ਲੱਖ ਕਰੋੜੀ ਬੰਦ ਨਾ ਪਰੇ। ਨੰਨਾ ਵੱਖਰਾ ਹੈ ਮੁਗਤਾ, ਬੱਬੇ ਉੱਤੇ ਟਿੱਪੀ ਤੇ ਦੱਦਾ, ਤੇ ਅੱਗੇ ਉਹ ਨੰਨਾ ਮੁਗਤਾ ਬੰਦ ਨਾ ਪਰੇ। ਲੱਖ ਕਰੋੜੀ ਬੰਦ ਨਾ ਪਰੇ, ਬੰਦ ਨਾ ਪਰੇ, ਬੰਧਨ ਪਰੇ ਨਹੀਂ ਹੈ। ਬੱਬੇ ਉੱਤੇ ਟਿੱਪੀ ਦੱਦਾ ਤੇ ਨੰਨਾ ਬੰਧਨ ਪੈਣਾ ਸੀ, ਤੇ ਨੰਨਾ ਮੁਗਤਾ ਹੈ ਵੱਖਰਾ। ਉਹ ਨੰਨਾ ਮੁਗਤਾ ਜਿੱਥੇ ਵੀ ਗੁਰਬਾਣੀ ਵਿੱਚ ਲੱਗਦਾ, ਇਹ ਨੰਨੇ ਦੇ ਕੰਨਾਂ ਨਾਂ ਨਹੀਂ ਲੱਗਾ ਹੁੰਦਾ। ਇਹ ਮੁਗਤਾ ਹੁੰਦਾ ਨੰਨਾ ਹਮੇਸ਼ਾ ਹੀ। ਗੁਰਬਾਣੀ ਨੂੰ ਜਦੋਂ ਖੋਜ ਕੇ ਵੇਖੋਗੇ, ਨਾ ਨੰਨੇ ਨੂੰ ਕੰਨਾ ਕਰਕੇ ਨਹੀਂ, ਕੱਲਾ ਨੰਨਾ ਮੁਗਤਾ ਤੇ ਉਹਨੂੰ ਨਾਮ ਪੜੀਦਾ। ਲੱਖ ਕਰੋੜੀ ਬੰਦ ਨਾ ਪਰੇ, ਨੰਨਾ ਮੁਗਤਾ ਹੈ ਇੱਥੇ ਵੀ। ਤੇ ਗੁਰਬਾਣੀ ਦੀ ਸਾਰੀ ਖੋਜ ਪੜਤਾਲ ਕਰਨ ਤੋਂ ਪਤਾ ਲੱਗੇਗਾ, ਨਾ ਜਿੱਥੇ ਵੀ ਗੁਰਬਾਣੀ ਵਿੱਚ ਲਿਖਿਆ ਇਹ ਨੰਨਾ ਮੁਗਤਾ ਹੀ ਹੁੰਦਾ ਹਰ ਜਗ੍ਹਾ ਤੇ। ਇੱਥੇ ਵੀ ਨੰਨਾ ਮੁਗਤਾ ਹੈ। ਲੱਖ ਕਰੋੜੀ ਬੰਦ ਨਾ ਪਰੇ। ਇਹ ਅਗਲਾ ਆਖੇ ਤੇ ਨੰਨੇ ਨੂੰ ਕੰਨਾ ਲਿਖਿਆ ਹੀ ਨਹੀਂ, ਨਾਂ ਨਹੀਂ ਲਿਖਿਆ, ਤੇ ਕੱਲਾ ਨੰਨਾ ਲਿਖਿਆ ਤੇ ਨਾਲ ਜੋੜ ਦਿਓ, ਬੰਧਨ ਕਰ ਦਿਓ।
सतगुरु ਹਨ ਇਹ ਗੁਰਬਾਣੀ ਸਤਿਗੁਰਾਂ ਦੀ, ਗੁਰਬਾਣੀ ਸਤਿਗੁਰਾਂ ਦੀ ਤੇ ਸਤਿਗੁਰਾਂ ਤੋਂ ਅਸੀਂ ਸਿਆਣੇ ਬਣ ਰਹੇ। ਅਸੀਂ ਸਮਝਦੇ ਸਤਿਗੁਰੂ ਜੀ ਸ਼ਾਇਦ ਤੁਸੀਂ ਗਲਤ ਲਿਖ ਗਏ, ਇੱਥੇ ਬੰਧਨ ਪਰੇ ਥੋੜਾ, ਇੱਥੇ ਤੇ ਇਹ ਤਾਂ ਬੰਧ ਨਾ ਪਰੇ ਨਹੀਂ, ਇੱਥੇ ਬੰਧਨ ਪਰੇ, ਸਾਨੂੰ ਪਤਾ ਨਹੀਂ ਕਈ ਤਰ੍ਹਾਂ ਦੇ ਬੰਧਨ ਪੈਂਦੇ। ਸੋ ਇੱਥੇ ਵੀ ਇਹੀ ਗੱਲ ਕਿ ਮੰਨੇ ਮਾਰਗ ਠਾਕ ਨਾ ਪਾਏ, ਤੁਹਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਰੁਕਾਵਟਾਂ ਆਉਣਗੀਆਂ ਉਹ ਨਹੀਂ ਆਉਂਦੀਆਂ। ਤੁਸੀਂ ਪ੍ਰਮਾਤਮਾ ਦਾ ਨਾਮ ਮੰਨ ਜਾਓ, ਜਿਹੜਾ ਮੰਨੇ, ਜਿਹੜਾ ਮੰਨ ਗਿਆ ਵਾਹਿਗੁਰੂ ਜੀ ਦੇ ਨਾਮ ਨੂੰ, ਜਿਹੜਾ ਮੂਲ ਮੰਤਰ ਨੂੰ ਮੰਨ ਗਿਆ, ਅੰਮ੍ਰਿਤ ਨਹੀਂ ਛਕਿਆ, ਉਹਦੀ ਯਾਦ ਵਿੱਚ ਜੁੜਿਆ, ਉਹਦੀ ਯਾਦ ਵਿੱਚ ਜੁੜਿਆ, ਉਹਦੇ ਨਾਲ ਵਿਚਾਰਾਂ ਕਰਦਾ, ਉਹਦੇ ਨਾਲ ਗੱਲਾਂ ਕਰਦਾ, ਤੇ ਤੁਹਾਨੂੰ ਇੱਕ ਦਿਨ ਨਸ਼ਾ ਆਵੇਗਾ। ਲੱਖ ਯਤਨ ਕਰਕੇ ਵੀ ਤੁਸੀਂ ਰੋਕ ਲਓਗੇ, ਆਵੇਗਾ। ਫਿਰ ਇਸ ਨਸ਼ੇ ਵਿੱਚੋਂ ਬਾਹਰ ਨਿਕਲਣਾ, ਰਿੱਧੀਆਂ ਸਿੱਧੀਆਂ ਦਾ ਨਸ਼ਾ, ਤਾਕਤਾਂ ਦਾ ਨਸ਼ਾ, ਪਾਵਰਾਂ ਦਾ ਨਸ਼ਾ, ਜਿਵੇਂ ਸਾਡੇ ਅਮੀਰ ਲੋਕਾਂ ਨੂੰ ਹੁੰਦਾ, ਇਸੇ ਤਰ੍ਹਾਂ ਹੀ ਰਿੱਧੀਆਂ ਸਿੱਧੀਆਂ ਪਾਉਣ ਵਾਲੇ ਨੂੰ ਵੀ ਨਸ਼ਾ ਹੁੰਦਾ, ਬਿਲਕੁਲ ਦਾ 100% ਹੀ। ਉਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਨਿਰੰਕਾਰ ਦੀ ਯਾਦ ਵਿੱਚ ਜੁੜਨਾ, ਇਹਨੂੰ ਕਹਿੰਦੇ ਧਰਮ। ਵਰਨਾ ਇਸ ਨਸ਼ੇ ਵਿੱਚ ਤੇ ਸਾਰੇ ਦਾ ਸਾਰਾ ਸਾਡਾ ਜੋ ਸੰਸਾਰ ਧਾਰਮਿਕ ਜਿਹਨੂੰ ਕਹਿੰਦੇ, ਆਪਣੀ ਆਪਣੀ ਨਸ਼ੇ ਵਿੱਚ ਚੂਰ ਹੋ ਕੇ ਕਹਿੰਦੇ ਬ੍ਰਹਮ ਗਿਆਨੀ ਬਣ ਗਿਆ, ਸੰਤ ਬਣ ਗਿਆ। ਸੰਤ ਕਦੋਂ ਬਣਾਂਗੇ? ਜਦੋਂ ਇਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਅਸੀਂ ਨਿਰੰਕਾਰ ਦੀ ਯਾਦ ਵਿੱਚ ਜੁੜਾਂਗੇ। ਇਹ ਵਾਲੇ ਬੰਧਨ ਫੇਰ ਸਾਨੂੰ ਨਹੀਂ ਪੈਂਦੇ ਜਿਹੜਾ ਸਾਨੂੰ ਧੂਕੇ ਲੈ ਜਾਂਦੇ। ਪਤਾ ਨਹੀਂ ਕਈ ਤਰ੍ਹਾਂ ਦਾ ਨਸ਼ਾ, ਕਈ ਤਰ੍ਹਾਂ ਦੇ ਖੇੜੇ, ਕਈ ਤਰ੍ਹਾਂ ਦੀਆਂ ਬਹਾਰਾਂ, ਸਰੀਰ ਕਿਤੇ ਉੱਡਦਾ, ਕਿਤੇ ਪੈਰ ਲੱਗਦੇ ਤੇ ਕਿਤੇ ਅਸਮਾਨਾਂ ਦੇ ਵਿੱਚ ਫਿਰਦਾ, ਤੇ ਕਿਤੇ ਕਈ ਤਰ੍ਹਾਂ ਦੀ ਮਸਤੀ ਛਾਈ ਹੁੰਦੀ, ਤੇ ਉਹਦੇ ਵਿੱਚ ਰੱਬ ਨੂੰ ਭੁੱਲਿਆ ਹੀ ਫਿਰਦਾ। ਕਿਤੇ ਰੱਬ ਹੈ ਹੀ ਨਹੀਂ, ਵੇਖ ਲੈਣਾ ਕਦੇ 2 ਮਿੰਟੀ 24 ਮਿੰਟੀ। ਜੇ ਤੁਸੀਂ ਅਭਿਆਸੀ ਹੋ, ਅਗਰ ਤੁਸੀਂ ਅਭਿਆਸੀ ਹੋ, ਤੇ ਤੁਹਾਡਾ ਜਿਹੜਾ ਮਾਈਂਡ ਹੈ, ਤੁਹਾਡੀ ਜਿਹੜੀ ਸੁਰਤ ਹੈ, ਮਨੇ ਸੁਰਤ ਹੋਵੇ, ਮਨ ਬੁੱਧ, ਇਹ ਜਿਹੜੀ ਸੁਰਤੀ, ਇਹ ਜਿਹੜੀ ਬੁੱਧੀ, ਇਹ ਜਿਹੜਾ ਮਨ ਨਿਰੰਕਾਰ ਵਿੱਚ ਲੈ ਕੇ ਜਾਣਾ, ਉਹਦੀ ਯਾਦ ਵਿੱਚ ਜੁੜਿਆ ਹੈ। ਕੀ ਇਹ ਮਨ, ਇਹ ਸੋਚ, ਇਹ ਬੁੱਧੀ, ਇਹ ਨਿਰੰਕਾਰ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ? ਜੇ ਨਹੀਂ ਜੁੜਿਆ ਤੇ ਇਹ ਜਿਹੜੀਆਂ ਤੁਹਾਡੇ ਨਸ਼ੇ ਛਾਏ ਹੋਏ, ਧੁੱਤ ਹੋਏ ਹੋ ਨਸ਼ੇ ਵਿੱਚ, ਰਿੱਧੀਆਂ ਸਿੱਧੀਆਂ ਦਾ ਨਸ਼ਾ, ਅਗੰਮੀ ਤਾਕਤਾਂ ਦਾ ਨਸ਼ਾ, ਪਾਵਰਾਂ ਦਾ ਨਸ਼ਾ, ਇਹਦੇ ਵਿੱਚ ਜਿਹੜੇ ਧੁੱਤ ਹੋਏ ਧਰਮ ਨਹੀਂ। ਇਹਦੇ ਜਾ ਕੇ ਪੀਰਾਂ ਨੂੰ ਪੁੱਛ ਲਓ, ਦੇਵੀ ਦੇਵਤਿਆਂ ਨੂੰ ਪੁੱਛ ਲਓ, ਇਹ ਧਰਮ ਨਹੀਂ। ਜਿੱਥੇ ਬ੍ਰਹਮ ਗਿਆਨਤਾ ਪ੍ਰਗਟ ਹੁੰਦੀ, ਉਹ ਧਰਮ ਕੁਝ ਹੋਰ ਹੈ। ਇਹਦੇ ਵਿੱਚੋਂ ਉੱਠਣਾ, ਉਭਰਨਾ, ਇਹ ਨਸ਼ਾ ਤੁਹਾਡੇ ਉੱਤੇ ਹਾਵੀ ਨਾ ਹੋਵੇ। ਇਸ ਨਸ਼ੇ ਦੇ ਵਿੱਚੋਂ ਬਾਹਰ ਨਿਕਲ ਕਰਕੇ ਨਿਰੰਕਾਰ ਦੀ ਯਾਦ ਵਿੱਚ ਜੁੜਨਾ, ਤੇ ਉਹਦੇ ਤੇ ਡੋਰੀਆਂ ਛੱਡ ਦੇਣੀਆਂ। ਮਾਲਕਾ ਤੂੰ, ਮੈਂ ਨਹੀਂ, ਮੈਨੂੰ ਕੀ ਪਤਾ, ਤੂੰ, ਹੇ ਮੇਰੇ ਮਾਲਕ ਤੂੰ, ਹੇ ਮੇਰੇ ਮਾਲਕ ਤੂੰ, ਵਾਹਿਗੁਰੂ ਜੀ ਤੂੰ। ਤੇ ਜਦੋਂ ਤੁਹਾਡੀ ਯਾਦ ਵਾਹਿਗੁਰੂ ਜੀ ਨਾਲ ਜੁੜਨ ਲੱਗ ਪਈ, ਉੱਥੋਂ ਜਾ ਕੇ ਬਖਸ਼ਿਸ਼ ਮਿਲਣੀ। ਉਦੋਂ ਉਹਨਾਂ ਬਖਸ਼ਿਸ਼ ਨਹੀਂ, ਉਹ ਆਪ ਕਿਰਪਾ ਕਰਕੇ ਮਿਲ ਸਕਦਾ, ਆਪਾਂ ਨਹੀਂ ਮਿਲ ਸਕਦੇ ਜ਼ੋਰ ਲਾ ਕੇ। ਉਹ ਆਪ ਕਿਰਪਾ ਕਰਕੇ ਮਿਲ ਸਕਦਾ, ਆਪੇ ਮਿਲ ਲਏ। ਜਪ ਜਪ ਨਾਮ ਤੁਮਾਰਾ ਪ੍ਰੀਤਮ, ਸਾਨੂੰ ਤੇ ਰੋਗ ਖਾਏ, ਤੁਹਾਡੇ ਰੋਗ ਕੋਈ ਨਹੀਂ ਰਹਿੰਦਾ, ਇਹ ਗਰੰਟੀ ਹੈ। ਹੁਣ ਜਿਹੜਾ ਸਮਝਣਾ ਬੁਢਾਪਾ ਨਹੀਂ ਆਵੇਗਾ, ਇਹ ਸਹਿਜ ਹੈ ਕਿ ਇਹਦੇ ਦੰਦ ਵੀ ਉਖੜਨਗੇ, ਸਰੀਰ ਵਾਲ ਕਾਲੇ ਹੋਣਗੇ, ਪਰ ਜਿਹੜਾ ਵੈਸੇ ਰੋਗ ਲੱਗਣਾ ਉਹ ਨਹੀਂ ਲੱਗਦਾ। ਬਿਲਕੁਲ ਗਰੰਟੀ ਦਿੱਤੀ ਸਤਿਗੁਰੂ ਨੇ, ਸਰਬ ਰੋਗ ਦਾ ਔਖਦ ਨਾਮ, ਪਰਮਾਤਮਾ ਦਾ ਨਾਮ ਜਪੋ, ਸਾਰੇ ਹੀ ਰੋਗਾਂ ਦੀ ਇੱਕ ਦਵਾਈ ਹੈ। ਚਾਹੇ ਕਿਸੇ ਨੂੰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਕੋਈ ਨਸ਼ਾ ਪੀਂਦਾ, ਕੋਈ ਭੰਗ ਪੀਂਦਾ, ਕੋਈ ਸ਼ਰਾਬ ਪੀਂਦਾ, ਕੋਈ ਚਿੱਟਾ ਪੀਂਦਾ, ਕੋਈ ਵੀ ਹੋਵੇ, ਨਸ਼ਾ ਹੈ ਉਸ ਨੂੰ। ਨਸ਼ਾ, ਇਹਨਾਂ ਨਸ਼ਿਆਂ ਵਿੱਚੋਂ ਕਾਮ ਦਾ ਨਸ਼ਾ, ਕ੍ਰੋਧ ਦਾ ਨਸ਼ਾ, ਲੋਭ ਦਾ ਨਸ਼ਾ, ਮੋਹ ਦਾ ਨਸ਼ਾ, ਨਸ਼ਿਆਂ ਦੇ ਵਿੱਚ ਆਪਾਂ ਪਰਮਾਤਮਾ ਦਾ ਨਾਮ ਜਪਦੇ ਜਾਣਾ, ਜਪਦੇ ਜਾਣਾ, ਜਪਦੇ ਜਾਣਾ, ਤੇ ਉਹਨਾਂ ਨਸ਼ਿਆਂ ਦਾ ਪ੍ਰਭਾਵ ਘਟਦਾ ਜਾਵੇਗਾ। ਚਾਹੇ ਉਹ ਕਾਮ ਦਾ ਨਸ਼ਾ, ਚਾਹੇ ਕ੍ਰੋਧ ਦਾ ਨਸ਼ਾ, ਚਾਹੇ ਲੋਭ ਦਾ ਨਸ਼ਾ, ਚਾਹੇ ਮੋਹ ਦਾ ਨਸ਼ਾ, ਚਾਹੇ ਅਹੰਕਾਰ ਦਾ ਨਸ਼ਾ, ਚਾਹੇ ਸ਼ਰਾਬ ਦਾ ਨਸ਼ਾ, ਚਾਹੇ ਫੀਮ ਦਾ ਨਸ਼ਾ, ਚਾਹੇ ਭੰਗ ਦਾ ਨਸ਼ਾ, ਚਾਹੇ ਕੋਈ ਮਾਸ ਖਾਣ ਦਾ ਨਸ਼ਾ, ਜਿਹੜਾ ਵੀ ਤੁਹਾਨੂੰ ਨਸ਼ਾ ਹੈ ਉਹਦਾ ਪ੍ਰਭਾਵ ਘਟਦਾ ਜਾਵੇਗਾ, ਉਹਦਾ ਹੀ ਪ੍ਰਭਾਵ ਘਟਦਾ ਜਾਵੇਗਾ। ਜਿਵੇਂ ਜਿਵੇਂ ਪਰਮਾਤਮਾ ਦਾ ਨਾਮ ਜਪੋਗੇ, ਤੇ ਹੁਣ ਇੰਜ ਨਾ ਹੋਣਾ ਇੱਕ ਨਸ਼ਾ ਛੱਡਿਆ ਤੇ ਦੂਜਾ ਸ਼ੁਰੂ, ਫਟਾ ਪੜੋਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ ਤੇ ਦੂਜੀ ਤਿਆਰ। ਇਧਰੋਂ ਮੁੱਕ ਚੁੱਕੀ ਸੀ ਸੰਸਾਰ ਵਾਲੀ, ਤੇ ਉਧਰੋਂ ਜਾ ਕੇ ਦੂਸਰੀ ਮੁੱਕੀ ਰੱਖੀ ਗਈ। ਆ ਨਸ਼ਾ ਜਿਹੜਾ ਛਾਉਂਦਾ ਨਸ਼ਾ, ਜਿਹਦੇ ਵਿੱਚ ਸਾਰੀ ਦੁਨੀਆ ਮਸਤ ਹੋਈ ਪਈ, ਇਹ ਨਸ਼ਾ
ਰਿਧੀਆਂ ਦਾ ਤੇ ਸਿੱਧੀਆਂ ਦਾ, ਤਾਕਤਾਂ ਦਾ ਤੇ ਪਾਵਰਾਂ ਦਾ, ਰੂਹਾਨੀ ਤਾਕਤਾਂ, ਅਗੰਮੀ ਤਾਕਤਾਂ, दैवी ਸ਼ਕਤੀਆਂ ਦੇ ਨਜ਼ਾਰੇ। ਇਹਨਾਂ ਨਜ਼ਾਰਿਆਂ ਵਿੱਚ ਜਿਹੜਾ ਵੀ ਵੜਦਾ, ਜਿਹੜਾ ਅਭਿਆਸੀ ਹੈ, ਨੋਟ ਕਰ ਲੈਣਾ, ਜਿਹੜਾ ਵੀ ਅਭਿਆਸੀ ਹੈ ਇਸ ਤਰ੍ਹਾਂ ਦੇ ਆਨੰਦ ਵਿੱਚ ਜਿਹੜਾ ਚਲਿਆ ਜਾਂਦਾ ਹੈ, ਤੇ ਜਿਹੜਾ ਵੈਸੇ ਗੁੰਮ ਹੀ ਹੋ ਜਾਂਦਾ ਵੀ ਕਿੱਥੇ ਗਿਆ, ਗੁੰਮ ਨਹੀਂ ਹੋਣਾ, ਉਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਨਿਰੰਕਾਰ ਦੀ ਯਾਦ ਵਿੱਚ ਜੁੜਨਾ। ਤੁਹਾਨੂੰ ਆਨੰਦ ਵੀ ਆ ਰਿਹਾ, ਤੇ ਜਿੰਨਾ ਚਿਰ ਤੁਸੀਂ ਉਸ ਆਨੰਦ ਵਿੱਚ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋ, ਉਹ ਪ੍ਰਵਾਨ ਹੈ। ਜਦੋਂ ਤੁਸੀਂ ਉਸ ਮਸਤੀ ਵਿੱਚ ਜਾ ਕੇ ਰੱਬ ਨੂੰ ਹੀ ਭੁੱਲ ਗਏ, ਕਿੱਧਰ ਨੂੰ ਉੱਡਦੀ ਫਿਰਦੀ ਸੁਰਤ, ਤੇ ਸਮਝ ਲਓ ਰੱਬ ਤੋਂ ਤੁਸੀਂ ਦੂਰ ਉਜਾੜ ਬੀਆਬਾਨ ਵਿੱਚ ਜਾ ਰਹੇ। ਕਿੰਨਾ ਚਿਰ ਕੋਈ ਸਮਾਂ, ਕਿੰਨਾ ਸਮਾਂ ਕੋਈ ਜੋੜ ਸਕਦਾ ਆਪਣੀ ਸੁਰਤ ਨੂੰ ਨਿਰੰਕਾਰ ਨਾਲ, ਆਪਣੇ ਵਿਚਾਰ ਨੂੰ, ਆਪਣੇ ਮਾਈਂਡ ਨੂੰ ਪਰਮਾਤਮਾ ਦੀ ਯਾਦ ਵਿੱਚ ਉਹਦਾ ਧੰਨਵਾਦ ਕਰਨਾ, ਉਹਦੀਆਂ ਵਡਿਆਈਆਂ ਕਰਨੀਆਂ। ਕਿੰਨਾ ਚਿਰ ਸਾਵਧਾਨ ਇਕਾਗਰਜੀਤ ਹੋ ਕੇ ਪ੍ਰਭ ਕੀ ਉਸਤਤ ਕਰੋ। ਕੁਦਰਤ ਦਾ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦਾ, ਵਾਰਤਾ ਪਾਉਂਦਾ, ਤੇ ਤੁਸੀਂ ਕਹੋ ਕਿਹੜੀ ਕੁਦਰਤ ਆ, ਕਿਹੜਾ ਰੱਬ ਮੂੰਹ ਦੇ ਵਿੱਚੋਂ ਨਿਕਲਿਆ ਤੁਹਾਡੇ ਇਹ ਲਫ਼ਜ਼ ਆ। ਚਾਹੇ ਜਿੰਨੀ ਮਰਜ਼ੀ ਪਾਵਰ ਰੱਖਦੇ, ਚਾਹੇ ਜਿੰਨੀ ਮਰਜ਼ੀ ਤੁਸੀਂ ਸ਼ਕਤੀ ਰੱਖਦੇ, ਚਾਹੇ ਜਿੰਨੀ ਮਰਜ਼ੀ ਤੁਸੀਂ ਹਸਤੀ ਰੱਖਦੇ ਹੋ, ਤੁਹਾਡੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਲਫ਼ਜ਼ ਆ, ਇਹ ਤੁਹਾਨੂੰ ਚੋਟਾਂ ਖਾਣੀਆਂ ਪੈਣਗੀਆਂ। ਰੱਬ ਹੈ, ਉਹ ਰੱਬ ਹੈ, ਉਹਨੂੰ ਇੱਕੋ ਹੀ ਚੀਜ਼ ਨਹੀਂ ਚੰਗੀ ਲੱਗਦੀ। ਹੰਕਾਰ ਹਰਜੂ ਹੰਕਾਰ ਨਾ ਭਾਵੇ, ਦੇਹ ਕੂਕ ਸੁਣਾਵੇ ਵੇਦ ਕੂਕ ਸੁਣਾਵੇ। ਜਦੋਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਵੇਖੋਗੇ ਤਾਂ ਧਰਮ ਗ੍ਰੰਥ ਇੱਕੋ ਹੀ ਗੱਲ ਸਮਝਾਉਂਦੇ, ਜੇ ਰੱਬ ਨੂੰ ਕੋਈ ਚੰਗੀ ਚੀਜ਼ ਨਹੀਂ ਲੱਗਦੀ ਤੇ ਉਹ ਹੈ ਹੰਕਾਰ। ਮੈਂ ਹਾਂ ਤੇ ਮੈਂ ਚੱਕ ਦੇਣਾ ਫੱਟੇ ਰੱਬ ਦੇ ਵੀ, ਰੱਬ ਦੇ ਫੱਟੇ ਕੌਣ ਚੱਕ ਸਕਦਾ ਹੈ? ਫਿਰ ਉਹ ਤੁਹਾਡੇ ਮੂੰਹ ਵਿੱਚੋਂ ਨਿਕਲਿਆ ਹੋਇਆ ਇੱਕ ਲਫ਼ਜ਼ ਤੁਹਾਨੂੰ ਚੋਟਾਂ ਪੈਣਗੀਆਂ। ਧਰਮ ਗ੍ਰੰਥ ਤੁਹਾਡੇ ਸਮਝਾਉਂਦੇ, ਮੰਨੇ ਮੂੰਹ ਚੋਟਾਂ ਨਾ ਖਾਏ। ਤੇ ਜਿਹੜਾ ਵਾਹਿਗੁਰੂ ਜੀ ਨੂੰ ਮੰਨ ਜਾਂਦਾ, ਮੂੰਹ ਵਿੱਚੋਂ ਵਾਹਿਗੁਰੂ ਵਾਹਿਗੁਰੂ ਬੋਲਦਾ ਤੇ ਆਂਦਾ ਮੇਰਾ ਤੇ ਮਾਲਕਾ ਤੂੰ ਹੀ ਹੈ, ਮੇਰਾ ਤੇ ਮਾਲਕਾ ਤੂੰ ਹੀ ਹੈ, ਉਹਨੂੰ ਫਿਰ ਚੋਟਾਂ ਨਹੀਂ ਪੈਂਦੀਆਂ। ਉਹਨੂੰ ਜਮਦੂਤ ਵੀ ਚੋਟਾਂ ਨਹੀਂ ਮਾਰ ਸਕਦਾ, ਉਹਨੂੰ ਜਮਦੂਤ ਵੀ ਚੋਟਾਂ ਨਹੀਂ ਮਾਰ ਸਕਦਾ। ਮੰਨੇ ਮੂੰਹ ਚੋਟਾਂ ਨਾ ਖਾਏ ਤੇ ਮੰਨੇ ਜਮ ਕੇ ਸਾਥ ਨਾ ਜਾਏ। ਜਮਦੂਤ ਹਰ ਇੱਕ ਨੂੰ ਲੈ ਜਾਂਦਾ ਬਣ ਕੇ, ਹਰ ਇੱਕ ਨੂੰ। ਪਰ ਜਿਹੜਾ ਪਰਮਾਤਮਾ ਦਾ ਹੋ ਗਿਆ, ਜਪਦੇ ਜਪਦੇ ਜਿਹਦੇ ਅੰਦਰੋਂ ਮੈਂ ਚਲੇ ਗਈ, ਜਿਹੜਾ ਕੁਝ ਲੱਭਦਾ ਨਹੀਂ, ਜਿਹੜਾ ਕੁਝ ਪ੍ਰਾਪਤ ਕਰਨਾ ਨਹੀਂ ਚਾਹੁੰਦਾ। ਹੁਣ ਸਾਡੇ ਧਾਰਮਿਕ ਸਟੇਜਾਂ ਦੇ ਝੂਠ ਬੜੇ ਵੱਡੇ ਵੱਡੇ ਚੱਲਦੇ, ਲੱਖ ਕੁ ਬੰਦਾ ਬਿਠਾਇਆ ਹੁੰਦਾ ਕਿ ਸਭ ਨਿਆਣੇ ਬੱਚੇ ਨਿੱਕੇ ਨਿੱਕੇ ਧਰਮ ਨੂੰ, ਜਿਨ੍ਹਾਂ ਨੂੰ ਪਤਾ ਹੀ ਨਹੀਂ ਧਰਮ ਹੁੰਦਾ ਕੀ, ਜਿਨ੍ਹਾਂ ਨੂੰ ਧਰਮ ਦੀ ਸੋਝ ਹੀ ਨਹੀਂ, ਉਹ ਪ੍ਰਚਾਰਕ ਬਣੇ ਹੁੰਦੇ। ਅਰਦਾ ਸਵਾਮੀਆਂ ਦੇ ਵੇਖਿਓ, ਮੈਂ ਪਿਆਰੇ ਉਹਨਾਂ ਦੇ ਨੇੜੇ ਜਾ ਕੇ ਵੇਖਦਾ ਰਹਿਣਾ, ਇਹ ਜੋ ਤਮਾਸ਼ਾ ਕਰਦੇ ਜਿਹੜੇ ਪ੍ਰਚਾਰਕ ਹੁੰਦੇ, ਫਿਰ ਮੈਂ ਉਹਨਾਂ ਦੇ ਕੋਲ ਜਾ ਕੇ ਸਹਿਜ ਕਿਹੜਾ ਬੱਚਾ ਜਿਹਾ ਬਣ ਕੇ ਬੈਠ ਜਾਈਦਾ, ਕਰਦੇ ਕੀ ਭਲਾਏ। 2 4 3 ਜਾਣੇ ਜਦੋਂ ਬੈਠ ਕੇ ਵਿਚਾਰਾਂ ਕਰਦੇ ਹੁੰਦੇ, ਕੱਲ ਨੂੰ ਸਟੇਜ ਉੱਤੇ ਕੀ ਬੋਲਣਾ, ਤੇ ਕਿਹੜੇ ਕਿਹੜੇ ਬੰਦੇ ਦੇ ਤੇ ਕਿਹੜੇ ਕਿਹੜੇ ਧਾਰਮਿਕ ਬੰਦੇ ਉਹਨਾਂ ਤੇ ਵਿਚਾਰ ਕਰਨੀ, ਤੇ ਸਾਹਮਣੇ ਕੌਣ ਬੈਠੇ ਹੁੰਦੇ, ਨਿੱਕੇ ਨਿੱਕੇ ਬੱਚੇ। ਧਰਮ ਕੀ ਹੈ ਨਾ ਵਿਚਾਰੇ ਉਹਨਾਂ ਨੂੰ ਪਤਾ, ਤੇ ਨਾ ਪ੍ਰਚਾਰਕਾਂ ਨੂੰ ਪਤਾ। ਧਰਮ ਦੀ ਖੇਡ ਅਸਲ ਦੇ ਵਿੱਚ ਕੀ ਹੈ, ਤੁਸੀਂ ਸਮਾਪਤ ਹੋ ਜਾਓਗੇ ਤੇ ਨਿਰੰਕਾਰ ਵਿੱਚ ਜਾ ਕੇ ਅਭੇਦ ਹੋ ਜਾਓਗੇ। ਜਿੰਨਾ ਚਿਰ ਤੁਸੀਂ ਹੋ ਤੇ ਕੁਝ ਪ੍ਰਾਪਤ ਕਰਨਾ ਚਾਹੁੰਦੇ, ਸਮਾਧੀਆਂ 'ਚ ਬਹਿੰਦੇ ਹੋ, ਕੁਝ ਪ੍ਰਾਪਤ ਕਰਨ ਵਾਸਤੇ ਧਿਆਨਾਂ 'ਚ ਬਹਿੰਦੇ ਹੋ, ਕੋਟੀਆਂ ਪੜ੍ਹਦੇ ਹੋ, ਕੁਝ ਪ੍ਰਾਪਤ ਕਰਨ ਵਾਸਤੇ ਤੁਸੀਂ ਬਣਨ ਦਾ ਯਤਨ ਕਰ ਰਹੇ ਹੋ, ਮਿਟਣ ਦਾ ਤੇ ਤੁਸੀਂ ਯਤਨ ਹੀ ਨਹੀਂ ਕੀਤਾ। ਧਰਮ ਕੀ ਕਹਿੰਦਾ, ਤੁਸੀਂ ਮਿਟ ਜਾਓ, ਜਿਸ ਨਿਰੰਕਾਰ ਵਿੱਚੋਂ ਆਏ ਸੀ ਤੁਸੀਂ ਸਮਾਪਤ ਹੋ ਜਾਓ ਤੇ ਉਸੇ ਨਿਰੰਕਾਰ ਵਿੱਚ ਚੱਲ ਜਾਓ। ਜੇ ਸੰਸਾਰ ਦੀ ਉਦਾਹਰਨ ਦਈਏ ਤਾਂ ਠੀਕ ਇਸੇ ਤਰ੍ਹਾਂ, ਜਿਸ ਤਰ੍ਹਾਂ ਕਦੀ ਭਾਪ ਬਣ ਕੇ ਸਮੁੰਦਰ ਵਿੱਚੋਂ ਪਾਣੀ ਉੱਪਰ ਨੂੰ ਗਿਆ, ਜਾ ਕੇ ਪਹਾੜਾਂ ਉੱਤੇ ਵਰਖਾ ਹੋਈ, ਉਸ ਪਾਣੀ ਨੇ ਆਪਣੇ ਅਸਲੇ ਵੱਲ ਜਾਣਾ ਸ਼ੁਰੂ ਕੀਤਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਪਰਮਾਤਮਾ ਦੀ ਜੋਤ ਹੈ, ਉਸੇ ਦਾ ਹੀ ਸਰੂਪ ਹੈ, ਉਸੇ ਦਾ ਹੀ ਅੰਸ਼ ਹੈ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਇਸੇ ਤਰ੍ਹਾਂ ਹੀ ਪਾਣੀ, ਪਰਮਾਤਮਾ ਪਾਣੀ ਸਮੁੰਦਰ ਦੀ ਅੰਸ਼ ਹੈ, ਤੇਰੇ ਉਸ ਤੋਂ ਜਾਣਾ ਸ਼ੁਰੂ ਕਰੇਗਾ, ਨੀਚੇ ਨੂੰ ਜਾਵੇਗਾ, ਥੱਲੇ ਪਾਣੀ ਹੈ। ਪਰ ਉਹ ਪਾਣੀ ਟਿਕਿਆ ਹੋਇਆ ਇੱਕ ਥਾਂ ਤੇ, ਉਹਦੇ ਵਿੱਚ ਲਹਿਰਾਂ ਨਹੀਂ ਹਨ, ਅਸੀਂ ਉਸ ਨੂੰ ਬਾਹਰ ਕੱਢ ਸਕਦੇ। ਪਾਣੀ ਦਾ ਫਿਰ ਯਤਨ ਕੀ ਹੁੰਦਾ ਵੀ ਮੈਂ ਉਸ ਸਮੁੰਦਰ ਵਿੱਚ ਜਾ ਕੇ ਮਿਲਾਂ। ਜਿਸ ਸਮੁੰਦਰ ਵਿੱਚ ਲਹਿਰਾਂ ਹਨ ਜਿੱਥੋਂ ਮੈਂ ਕਦੀ ਆਇਆ, ਇਹ ਪਿਆਰੇ ਫਿਰ ਜਦੋਂ ਚੱਲਦਾ ਚੱਲਦਾ ਇਹ ਸਮੁੰਦਰ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ, ਆਪ ਦਾ ਵਜੂਦ ਇਹਦਾ ਖਤਮ ਹੋ ਜਾਂਦਾ, ਮਿਟ ਜਾਂਦਾ, ਸਮਾਪਤ ਹੋ ਜਾਂਦਾ। ਉਦੋਂ ਬਾਅਦ ਦਰਿਆ ਨਹੀਂ ਰਹਿ ਜਾਂਦਾ ਕੋਈ ਵੀ, ਚਾਹੇ ਕੋਈ ਨੀਲ ਹੈ, ਚਾਹੇ ਕੋਈ ਪੌਂਗ ਹੈ, ਚਾਹੇ ਸਤਲੁਜ ਹੈ, ਚਾਹੇ ਬਿਆਸ ਹੈ, ਚਾਹੇ ਰਾਵੀ ਹੈ, ਕੋਈ ਗੰਗਾ ਹੈ, ਕੋਈ ਜਮਨਾ ਹੈ, ਕੋਈ ਸਰਸਵਤੀ। ਸਮੁੰਦਰ ਦੇ ਵਿੱਚ ਜਾ ਕੇ ਗੰਗਾ ਸਰਸਵਤੀ ਨਹੀਂ ਰਹਿੰਦੀ,
ਸਮੁੰਦਰ ਦੇ ਵਿੱਚ ਜਾ ਕੇ ਸਮੁੰਦਰ ਹੀ ਹੋ ਜਾਂਦਾ ਹੈ। ਅਸੀਂ ਪਰਮਾਤਮਾ ਦੇ ਵਿੱਚ ਪਰਮਾਤਮਾ ਹੋਣਾ, ਆਪਣਾ ਵੱਖਰਾ ਸਾਡਾ ਵਜੂਦ ਨਾ ਰਵੇ, ਇਹ ਧਰਮ ਹੈ, ਇਹ ਸੋਝੀ ਹੈ। ਇਸ ਗੱਲ ਦੀ ਸੋਝੀ ਕੋਈ ਨਹੀਂ। ਇਹ ਬਾਬੇ ਕਰ ਕੀ ਰਹੇ, ਤੁਹਾਨੂੰ ਕੁਝ ਬਣਾਉਣ ਦਾ ਯਤਨ ਕਰ ਰਿਹਾ, ਕੁਝ ਬਣਾਉਣ ਦਾ। ਤੇ ਅਸੀਂ ਧਾਰਮਿਕ ਗਿਣਦੇ ਕਿਹਨਾਂ ਨੂੰ, ਜਿਹੜੇ ਬਣੇ ਹਨ, ਜਿਨ੍ਹਾਂ ਕੋਲ ਹਸਤੀ ਹੈ, ਜਿਨ੍ਹਾਂ ਕੋਲ ਸ਼ਕਤੀ ਹੈ, ਜਿਨ੍ਹਾਂ ਨੇ ਕੁਝ ਪ੍ਰਾਪਤ ਕੀਤਾ, ਉਹਦੇ ਤੋਂ ਸਾਨੂੰ ਕੁਝ ਮਿਲਦਾ ਹੈ। ਧਰਮ ਕੀ ਕਹਿੰਦਾ, ਤੂੰ ਪਹਿਲਾਂ ਸਾਰਿਆਂ ਨਾਲੋਂ ਕੰਮ ਕੀ ਕਰਨਾ, ਤੂੰ ਨਹੀਂ ਹੈ। ਸਾਰਿਆਂ ਨੂੰ ਪਹਿਲਾਂ ਕੰਮ ਕੀ ਕਰਨਾ, ਤੂੰ ਨਹੀਂ ਹੈ। ਇਹ ਤੂੰ ਛੱਡਦਾ ਨਹੀਂ। ਧਰਮ ਗ੍ਰੰਥ ਨੂੰ ਸਿੱਧੇ ਸਿੱਧੇ ਸਮਝ ਆਉਂਦੀ, ਦਿਮਾਗ ਵਿੱਚ ਵੜਦਾ ਵੀ ਅਸਲ ਦੇ ਵਿੱਚ ਹੈ ਕੀ, ਇਹ ਵਿਸ਼ਾ ਕੀ ਹੈ, ਇਹ ਕਿ ਵਿਦਿਆ ਕੀ ਹੈ, ਇਹ ਗਿਆਨ ਕੀ ਹੈ। ਤੂੰ ਨਹੀਂ ਹੈ, ਤੂੰ ਤੇ ਕਠਪੁੱਤ ਨਹੀਂ ਹੈ, ਪਰ ਤੂੰ ਬਣਨ ਦਾ ਯਤਨ ਕਰਨ ਲੱਗ ਪਿਆ। ਅਸਲ ਦੇ ਵਿੱਚ ਫਾਸਲ ਕੀ ਵੀ ਸਭ ਕੋ ਜਾਣੇ, ਇਹ ਫਸਾਉਣ ਦੀਆਂ ਖੇਡਾਂ ਤੇ ਸਾਰੇ ਜਾਣਦੇ। ਛੁੱਟਣ ਕੀ ਇੱਕ ਕੋਈ, ਛੁੱਟਣ ਦੀ ਤਾਂ ਕੋਈ ਕਰਲੇ ਦਾਦਾ। ਅਸੀਂ ਆਨੇ ਫਾਸਲੇ ਤੇ ਫਸ ਜਾਈਏ, ਪੜਾਂਗੇ ਤਾਂ ਸਹੀ, ਫਿਰ ਧਾਰਮਿਕ ਨਹੀਂ। ਧਾਰਮਿਕ ਨਹੀਂ, ਚਾਹੇ ਜਿੰਨੀ ਮਰਜ਼ੀ ਤੁਹਾਡੇ ਕੋਲੇ ਤਾਕਤ ਹੈ, ਸ਼ਕਤੀ ਹੈ। ਇੱਕ ਤਾਂ ਜੀ ਪਰ ਲੱਖ ਹੋਏ, ਲੱਖ ਹੋਏ, ਲੱਖ 20 ਲੱਖ ਲੱਖ ਕਿਹੜਾ ਕੀ, ਇੱਕ ਨਾਮ ਜਗਦੀਸ਼। ਪਰ ਵਾਹਿਗੁਰੂ ਜੀ ਦਾ ਨਾਮ ਬੋਲੀ ਚੱਲ, ਮੰਗੀ ਕੁਛ ਨਾ, ਆਸਾ ਨਾ ਰੱਖੀ, ਮਨਸਾ ਨਾ ਰੱਖੀ। ਜੇ ਤੂੰ ਆਸਾ ਰੱਖ ਕੇ ਨਾਮ ਜਪੇਗਾ, ਮਨਸਾ ਰੱਖ ਕੇ ਨਾਮ ਜਪੇਗਾ, ਹੋ ਸਕਦਾ ਜੇ ਜੋ ਵਿਚਾਰੇ ਆਰ ਜਾ ਹੋਰ ਦੁਸ਼ਮਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ। ਚੰਗਾ ਨਾਮ ਲਿਖਾਏ ਕਿ ਜਸ ਕੀਰਤ ਜਗ ਲੈ, ਜੇ ਤਸ ਨਦਰ ਨਾ ਆਪਣੀ ਬਾਤ ਨਾ ਪੁੱਛੇ। ਕਿ ਜੇ ਹੋ ਸਕਦਾ ਤੂੰ ਇਹੋ ਜੀ ਸ਼ਕਤੀ ਹਸਤੀ ਬਣ ਜਾਵੇਂ, ਪਰ ਪਰਮਾਤਮਾ ਦੀ ਨਿਗਾਹ ਵਿੱਚ ਤੂੰ ਕੁਝ ਵੀ ਨਹੀਂ ਹੈ। ਪਰਮਾਤਮਾ ਕਿੰਨਾ ਕੁ ਵੱਡਾ, ਇਹ ਗੱਲ ਤੇਰੀ ਸਮਝ ਵਿੱਚ ਨਹੀਂ ਆ ਰਹੀ। ਇਸ ਕਰਕੇ ਧਰਮ ਕੀ ਕਹਿੰਦਾ, ਤੂੰ ਪਹਿਲਾਂ ਆਪਣੇ ਆਪ ਨੂੰ ਸਮਾਪਤ ਕਰ। ਧਾਰਮਿਕ ਬਾਅਦ ਚ ਬਣੇਗਾ ਜਦੋਂ ਤੂੰ ਸਮਾਪਤ ਹੋ ਜਾਵੇਂਗਾ, ਮੈਂ ਨਹੀਂ। ਤੇ ਤੂੰ ਕੀ ਕਰ ਰਿਹਾ, ਆਪਣਾ ਆਪ ਤੋਂ ਕਦੇ ਨਾ ਛੋੜ, ਪਿੱਛੇ ਨੂੰ ਪ੍ਰੀਤ ਜਿਉਰੇ। ਜਿਵੇਂ ਚਿੱਚੜ ਦੀ ਪ੍ਰੀਤੀ ਹੁੰਦੀ ਖੂਨ ਪੀਣ ਨਾਲ ਤੇ ਬਹਾਨੇ ਨਾਲ ਚੰਬੜਿਆ ਹੁੰਦਾ, ਉਹਨੂੰ ਪਤਾ ਹੀ ਨਹੀਂ ਨੇੜੇ ਇੱਕ ਥਣ ਹੈ, ਉਹਦੇ ਵਿੱਚ ਦੁੱਧ ਹੈ, ਇੱਕ ਕੱਟਾ ਬੱਚਾ ਹੁੰਦਾ, ਉਹ ਆ ਕੇ ਰੱਜ ਕੇ ਦੁੱਧ ਪੀ ਕੇ ਤੁਰ ਜਾਂਦਾ, ਤੇ ਉਹਨੂੰ ਪਤਾ ਹੀ ਨਹੀਂ ਹੁੰਦਾ ਇੱਥੇ ਦੁੱਧ ਵੀ ਹੈ, ਇੱਥੇ ਅੰਮ੍ਰਿਤ ਹੈ, ਇੱਥੇ ਅੰਮ੍ਰਿਤ ਭਰੇ ਭਰਪੂਰ ਹੈ। ਉਹਨਾਂ ਤਿਲ ਨਾ ਤਮਾਏ, ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਉਹਨਾਂ ਨੂੰ ਤਿਲ ਜਿੰਨੀ ਤਮਾ ਨਹੀਂ ਹੁੰਦੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨ ਪਾਇਆ, ਜੋ ਕਤੂਰੀ ਮਿਰਗ ਨ ਜਾਣੇ ਹੋਏ। ਭਰਮ ਦਾ ਭਰਮ ਭੁਲਾਇਆ, ਸਟੇਜਾਂ ਤੇ ਇਹੋ ਹੀ ਪ੍ਰਚਾਰ ਕਰਨਗੇ ਰਾਧਾ ਸੁਆਮੀ। ਮੈਂ ਬਾਰ ਇਹਨਾਂ ਨੂੰ ਲਲਕਾਰ ਲੈ, ਜਦੋਂ ਮਰਜੀ ਜਿੱਥੇ ਮਰਜੀ ਬਹਿ ਲਓ, ਜਿਸ ਤਰ੍ਹਾਂ ਦੀ ਮਰਜੀ ਵਿਚਾਰ ਕਰ ਲਓ, ਚਾਹੇ ਆਪਦੇ ਬਾਬੇ ਨੂੰ ਵੀ ਲੈ ਆਓ, ਤੁਹਾਨੂੰ ਸਮਝ ਨਹੀਂ ਧਰਮ ਦੀ ਅਜੇ ਧਰਮ ਵਾਲੇ ਪਾਸੇ ਨੂੰ ਚੱਲੇ ਹੀ ਨਹੀਂ। ਇਹ ਕੀ ਸਾਡੇ ਬਾਬਿਆਂ ਵਿਚਾਰਿਆਂ ਨੂੰ ਨਹੀਂ ਪਤਾ ਧਰਮ ਕੀ ਹੈ। ਤੁਹਾਡੇ ਅੰਦਰ ਅੰਮ੍ਰਿਤ ਪ੍ਰਾਪਤ ਹੋਵੇਗਾ, ਰਸਨਾ ਦੇ ਉੱਤੇ ਸਵਾਦ ਆਉਣਾ ਸ਼ੁਰੂ ਹੋ ਜਾਵੇਗਾ। ਸੋ ਧਰਮ ਕੀ ਕਹਿੰਦਾ, ਮੰਨੇ ਜੰਮ ਕੇ ਸਾਥ ਨਾ ਜਾਏ। ਜੰਮ ਕੇ ਸਾਥ ਨਾ ਜਾਏ ਕਦੋਂ ਹੈ, ਜਦੋਂ ਤੁਸੀਂ ਮਿਟ ਜਾਓਗੇ ਤੇ ਪਰਮਾਤਮਾ ਵਿੱਚ ਅਭੇਦ ਹੋ ਜਾਓਗੇ। ਜਮਦੂਤ ਤੁਹਾਨੂੰ ਫੜ ਨਹੀਂ ਸਕਦਾ, ਤੇ ਸ਼ਕਤੀਆਂ ਜਿੰਨੀਆਂ ਮਰਜ਼ੀ ਹਾਸਲ ਕਰ ਲਓ, ਉਹਦੀ ਡਿਊਟੀ ਇਸ ਕਰਕੇ ਲੱਗੀ। ਝੂਠ ਬੋਲਣਗੇ ਜੀ ਅਸੀਂ ਬ੍ਰਹਮ ਗਿਆਨੀ ਬਣ ਗਏ ਜੀ, ਪੂਰਤਾ ਤੱਕ ਪਹੁੰਚ ਗਏ, ਕੋਈ ਵੀ ਨਹੀਂ ਪਹੁੰਚਿਆ। ਜਿਹੜਾ ਉਗਤੀ ਲਾਉਂਦਾ, ਜਿਹੜਾ ਜੁਗਤੀ ਲਾਉਂਦਾ, ਉਹਨੂੰ ਧਰਮਰਾਜ ਫੜ ਲਵੇਗਾ। ਤੇ ਫਿਰ ਤੁਹਾਡੇ ਵਾਸਤੇ ਸਵਰਗ ਹੈ, ਤੇ ਸਵਰਗ ਦੇ ਵਿੱਚ ਅਮੀਰੀ ਹੈ ਤੇ ਗਰੀਬੀ ਹੈ। ਸਟੇਜ ਦੇ ਉੱਤੇ ਝੂਠ ਬੋਲਣਾ ਕੋਈ ਹੋਰ ਗੱਲ, ਤੇ ਸੱਚ ਦਾ ਸਾਹਮਣਾ ਕਰਨਾ ਕੋਈ ਹੋਰ ਗੱਲ ਹੈ। ਗੁਰਬਾਣੀ ਸੱਚ ਹੈ, ਇਹਦਾ ਸਾਹਮਣਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਇਹ ਗੁਰਬਾਣੀ ਸੱਚ ਹੈ, ਇਸ ਗੁਰਬਾਣੀ ਦਾ ਸਾਹਮਣਾ ਕਰ ਜਾਣਾ ਖਾਲਾ ਜੀ ਦਾ ਵਾੜਾ ਨਹੀਂ। ਸੋ ਸਤਿਗੁਰੂ ਜੀ ਕਹਿੰਦੇ ਪਹਿਲਾਂ ਸਮਝੋ ਧਰਮ ਹੈ ਕੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਹੀ ਇਸ ਕਰਕੇ ਹੋਇਆ ਸੀ। ਪੂਰਾ ਮਾਨਸ ਸੱਚ ਚੰਦਰਮਾ ਦੀਸੇ ਨਾਹੀ, ਕਹਿ ਚੜਿਆ ਭਾਲਵ ਕੁਨੀ ਹੋਈ। ਅੰਧੇਰੇ ਰਾਹੋ ਨਾ ਕੋਈ, ਵਿੱਚ ਹਉਮੈ ਸਭ ਜਗ ਰੋਈ। ਕਹੋ ਨਾਨਕ ਕਿਨ ਗਤ ਗਤ ਹੋਈ। ਬਸ ਉਹ ਵਿਧੀ ਸਮਝਾਉਣਾ ਹੈ ਸਨ, ਗਤੀ ਦੀ ਵਿਧੀ ਕੀ ਹੈ। ਇਹ ਗੁਰਬਾਣੀ ਕੀ ਹੈ, ਜਿਹੜੀ ਤੁਹਾਡੀ ਗਤੀ ਹੋਣੀ, ਗਤੀ ਤੁਸੀਂ ਮਿਟ ਜਾਣਾ ਤੇ ਸਮਾਪਤ ਹੋ ਜਾਣਾ, ਇਹ ਇਸ ਚੀਜ਼ ਦਾ ਗਿਆਨ ਹੈ। ਤੇ ਕੌਣ ਮੰਨੇ, ਤੁਹਾਡੀ ਸੁਰਤ, ਤੁਹਾਡੀ ਸਮਝ, ਤੁਹਾਡੀ ਸੋਚ, ਤੁਹਾਡੀ ਵਿਚਾਰ, ਇਹ ਧਾਰਮਿਕ ਬਣੇ। ਤੁਸੀਂ ਬਾਹਰੋਂ ਧਾਰਮਿਕ ਬਣ ਰਹੇ, ਕੱਪੜੇ ਪਹਿਨ ਕੇ, ਪੋਥੀਆਂ ਪੜ੍ਹ ਕੇ, ਗੁੜ ਕੇ ਪੜ੍ਹ ਕੇ, ਸਮਾਧੀਆਂ 'ਚ ਬੈਠ ਕੇ, ਧਿਆਨਾਂ 'ਚ ਬੈਠ ਕੇ ਖੇਡ ਨਹੀਂ। ਸੋ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਪਹਿਲਾਂ ਤੁਹਾਡੀ ਸੁਰਤ, ਤੁਹਾਡੀ ਬੁੱਧੀ, ਤੁਹਾਡੀ ਅਕਲ ਜਦੋਂ ਇਹ ਸਟੇਜ ਤੱਕ ਪਹੁੰਚ ਗਈ, ਜਮਦੂਤ ਵੀ ਤੁਹਾਨੂੰ ਫੜ ਨਹੀਂ ਸਕੇਗਾ। ਤੇ ਸਤਿਗੁਰੂ ਜੀ ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇਹੋ ਜਿਹੀ ਇੰਨੀ ਤਾਕਤ ਰੱਖਦਾ ਨਾਮ। ਸਤਿਗੁਰੂ ਜੀ ਕਹਿੰਦੇ ਇੰਨੀ ਤਾਕਤ ਰੱਖਦਾ ਨਾਮ। ਪਰ ਵਾਹਿਗੁਰੂ ਸਾਹਿਬ ਜੀਓ, ਜਪਜੀ ਸਾਹਿਬ ਮੰਨੇ ਮਾਰਗ ਠਾਕ ਨ ਪਾਏ।
ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਜਾਣਾ, ਰੱਬ ਜੀ ਨੂੰ ਮੰਨ ਜਾਣਾ, ਸਹਿਜ ਦੇ ਵਿੱਚ ਮੰਨ ਜਾਣਾ। ਮੰਨੇ ਮਾਰਗ ਠਾਕ ਨਾ ਪਾਏ, ਇਹੋ ਜਿਹੇ ਮਾਰਗ ਤੇ ਨਹੀਂ ਚੱਲਦਾ ਉਹ। ਮੰਨੇ ਮਾਰਗ ਠਾਕ ਨਾ ਪਾਏ, ਉਹ ਇਨਸਾਨ ਐਸੇ ਮਾਰਗ ਤੇ ਨਹੀਂ ਚੱਲਦਾ। ਲੱਖ ਕਰੋੜੀ ਬੰਧ ਨਾ ਪਰੇ, ਜਿਹਨਾਂ ਨੂੰ ਸਿੱਖ ਜਗਤ ਨੇ ਬੰਧਨ ਪੜੇ, ਲੱਖ ਕਰੋੜੀ ਬੰਧਨ ਪਰੇ, ਬਾਬਿਆਂ ਨੇ ਵੀ ਬੰਧਨ ਬਣਾ ਦਿੱਤਾ। ਇੱਥੇ ਜਿਹੜੇ ਸਤਿਗੁਰੂ ਜੀ ਮੰਨੇ ਮਾਰਗ ਠਾਕ ਨਾ ਪਾਏ, ਰੁਕਾਵਟਾਂ ਆਉਣੀਆਂ, ਪਰਮਾਤਮਾ ਦੇ ਨਾਮ ਜਪਣ ਕਰਕੇ ਉਸ ਰਸਤੇ ਤੇ ਚੱਲਣਗੀਆਂ। ਉਸ ਮਾਰਗ ਤੇ ਚੱਲਣਾ ਕਿਵੇਂ, ਇਹਦੇ ਪਿਆਰੇ ਤਰੀਕੇ ਹਨ। ਨਿਯਮ ਇਹ ਗੁਰਬਾਣੀ ਬਸ ਇਹੋ ਕੁਝ ਹੀ ਸਮਝਾਉਂਦੀ। ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਤੇ ਗੁਰਬਾਣੀ ਕਹਿੰਦੀ ਪਰਮਾਤਮਾ ਦੀ ਯਾਦ ਵਿੱਚ ਜੁੜਨਾ। ਤੇ ਸਾਨੂੰ ਸੰਸਾਰੀ ਝਮੇਲੇ ਤੇ ਜਾਣਾ, ਰੂਹਾਨੀ ਤਾਕਤਾਂ, ਅਗੰਮੀ ਤਾਕਤਾਂ, ਉਹਨਾਂ ਦੇ ਆਨੰਦ, ਉਹਨਾਂ ਦੀਆਂ ਖੁਸ਼ੀਆਂ ਤੇ ਉਹਨਾਂ ਦੇ ਮੇਲੇ ਪਰਮਾਤਮਾ ਵਾਲੇ ਪਾਸੇ ਤੁਰਨ ਨਹੀਂ ਦਿੰਦੇ। ਇਹਨੂੰ ਕਹਿੰਦੇ ਠਾਕ ਰਹਾਏ। ਜਿਹੜੀ ਰੁਕਾਵਟ ਪੈਂਦੀ ਵਿੱਚ, ਰੁਕਾਵਟ, ਉਹ ਰੁਕਾਵਟ ਨਹੀਂ ਪਏਗੀ, ਉਹ ਰੁਕਾਵਟ ਨਹੀਂ ਪਵੇਗੀ। ਲੱਖ ਕਰੋੜੀ ਬੰਦ ਨਾ ਪਰੇ, ਜਿਹੜੇ ਲੱਖਾਂ ਕਰੋੜਾਂ ਬੰਨ ਲੱਗ ਜਾਂਦੇ ਸਾਨੂੰ ਪਰਮਾਤਮਾ ਦੇ ਰਸਤੇ 'ਚ ਤੁਰ ਨਹੀਂ ਦਿੰਦੇ। ਕਿਹੋ ਜਿਹੇ ਬੰਨ ਯਾਰ? ਗੁਰਬਾਣੀ ਇੱਕ ਗੱਲ ਸਮਝਾਉਂਦੀ ਹੈ, ਇੱਕ ਨਸ਼ਾ ਹੈ। ਨਸ਼ਾ ਰੇਹੜੀਆਂ ਤੇ ਸਿੱਧੀਆਂ ਦਾ, ਜਿਸ ਤਰ੍ਹਾਂ ਕੋਈ ਭੰਗ ਦਾ ਨਸ਼ਾ, ਕਿੱਦਾਂ ਕੋਈ ਜੂਏ ਦਾ ਨਸ਼ਾ, ਕਿੱਦਾਂ ਕੋਈ ਕਿਸੇ ਵੀ ਚੀਜ਼ ਦਾ ਨਸ਼ਾ। ਇਹ ਰੇਹੜੀਆਂ ਤੇ ਸਿੱਧੀਆਂ ਦਾ ਵੀ ਇੱਕ ਨਸ਼ਾ, ਜਿਹੜਾ ਇਸ ਮਾਰਗ ਤੇ ਚੱਲਦਾ। ਬੜੇ ਤਰੀਕੇ, ਬੜੇ ਤਰੀਕੇ, ਬੜੇ ਤਰੀਕੇ ਆਪਾਂ ਜਾਣਦੇ। ਕੋਈ ਸਮਾਧੀਆਂ 'ਚ ਬਹਿੰਦਾ, ਕੋਈ ਧਿਆਨਾਂ 'ਚ ਬਹਿੰਦਾ, ਕੋਈ ਪੋਥੀਆਂ ਪੜ੍ਹਦਾ, ਕੋਈ ਗੁਰਕੇ ਪੜ੍ਹਦਾ, ਕੋਈ ਤੀਰਥਾਂ ਤੇ ਜਾਂਦਾ, ਕੋਈ ਮਾਲਾ ਫੜਦਾ, ਕੋਈ ਕੁੰਡਲੀ ਦੀਆਂ ਸ਼ਕਤੀਆਂ ਜਾਗਤ ਕਰਨ ਵਾਸਤੇ। ਕਈ ਤਰ੍ਹਾਂ ਦੀਆਂ ਟੱਕਰਾਂ ਇਹਨਾਂ ਰੇਹੜੀਆਂ ਸਿੱਧੀਆਂ ਤੱਕ ਪਹੁੰਚਣ ਵਾਸਤੇ। ਇਹਨਾਂ ਦੇ ਵਿੱਚੋਂ ਬਾਹਰ ਨਿਕਲਣਾ, ਇਹ ਰੇਹੜੀਆਂ ਸਿੱਧੀਆਂ ਨਹੀਂ। ਸਪੋਜ਼ ਮੰਨ ਕੇ ਚੱਲੋ ਕੋਈ ਅਜਬ ਤਰ੍ਹਾਂ ਦੀ ਇੱਕ ਰੂਹਾਨੀਅਤ ਖੇਡ ਵਾਪਰ ਗਈ। ਨਾਮ ਜਪਦੇ ਜਪਦੇ ਆ, ਫਿਰਦੇ ਫਿਰਦੇ ਆ, ਤੁਰਿਆ ਫਿਰਦੇ ਆ, ਉਹਦੇ ਵਿੱਚ ਹੁੰਦਾ ਕੀ? ਤੁਹਾਡਾ ਸਰੀਰ ਇੰਝ ਲੱਗੇ ਜਿਵੇਂ ਕਿਸੇ ਨਸ਼ੇ ਵਿੱਚ ਤੁਰਿਆ ਫਿਰਦਾ। ਨਸ਼ੇ ਵਿੱਚ ਉਹ ਨਸ਼ਾ ਤੁਹਾਨੂੰ ਮਾਈਂਡ ਹੀ ਮਾਈਂਡ ਕਰਕੇ, ਮਨ ਹੀ ਮਨ ਕਰਕੇ, ਸੋਚ ਹੀ ਸੋਚ ਕਰਕੇ ਹੋਰ ਬੰਨੇ ਲੈ ਜਾ ਰਿਹਾ। ਕੋਈ ਅਜਬ ਤਰ੍ਹਾਂ ਦੇ ਨਜ਼ਾਰੇ ਆ ਰਿਹਾ। ਇੱਕ ਨਸ਼ਾ ਰੂਹਾਨੀ ਤਾਕਤਾਂ ਦਾ, ਨਸ਼ਾ ਰੂਹਾਨੀ ਤਾਕਤਾਂ ਦਾ। ਜਿਸ ਤਰ੍ਹਾਂ ਕੋਈ ਭੰਗ ਦਾ ਨਸ਼ਾ, ਕੋਈ ਸ਼ਰਾਬ ਦਾ ਨਸ਼ਾ, ਤੇ ਕਿਸੇ ਨੇ ਬਹੁਤ ਜ਼ਿਆਦਾ ਪੀਤੀ ਹੋਵੇ, ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ। ਇਸੇ ਤਰ੍ਹਾਂ ਹੀ ਇਹ ਨਸ਼ਾ, ਪੈਰ ਧਰਤੀ ਤੇ ਨਹੀਂ ਲੱਗਦੇ ਜਦੋਂ ਬਹੁਤ ਜ਼ਿਆਦਾ ਖੇਡ ਵਰਤਦੀ। ਇਹਦੇ ਵਿੱਚੋਂ ਬਾਹਰ ਨਿਕਲਣਾ ਇਹ ਨਹੀਂ, ਇਹ ਨਹੀਂ, ਇਹ ਨਹੀਂ, ਇਹ ਬੰਦ ਹਨ। ਕਰਨਾ ਕੀ? ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਤੇ ਉਹਦੇ ਨਾਲ ਗੱਲਬਾਤ ਕਰਨੀ, ਉਹਦੇ ਨਾਲ ਵਿਚਾਰ ਕਰਨੀ। ਮਾਲਕ ਜੀ ਤੂੰ, ਇਹਨਾਂ ਨੂੰ ਪਾਸੇ ਰੱਖਣਾ ਨਹੀਂ, ਇਹ ਨਹੀਂ, ਇਹ ਨਹੀਂ। ਤੁਹਾਡਾ ਮਾਈਂਡ ਫਿਰ ਖਿੱਚ ਕੇ ਉਧਰ ਲੈ ਜਾਵੇਗਾ। ਪਤਾ ਨਹੀਂ ਕਦੋਂ ਮੁੜੋਗੇ, ਹੋ ਸਕਦਾ 1 ਮਿੰਟ ਲੱਗ ਜੇ, 2 ਮਿੰਟ ਲੱਗ ਜਾਣ, 3। ਇਹ ਜਿਹੜੀ ਤੁਸੀਂ ਇਹਨਾਂ ਸ਼ਕਤੀਆਂ ਦੇ ਆਨੰਦ ਵਿੱਚ ਫਿਰਦੇ ਹੋ, ਇਹ ਧਰਮ ਨਹੀਂ। ਇਹਦੇ ਵਿੱਚੋਂ ਬਾਹਰ ਕੱਢ ਕੇ ਮਨ ਨੂੰ ਜਦੋਂ ਨਿਰੰਕਾਰ ਦੀ ਯਾਦ ਵਿੱਚ ਜੋੜੋਗੇ, ਨੋਟ ਕਰ ਲੈਣਾ, ਚੰਗੀ ਤਰ੍ਹਾਂ ਨੋਟ ਕਰ ਲੈਣਾ ਕੀ ਹੈ। ਠਾਕ ਨਾ ਪਾਏ, ਇੱਕ ਰੁਕਾਵਟ ਰਿੱਧੀਆਂ ਤੇ ਸਿੱਧੀਆਂ ਨਹੀਂ। ਨਸ਼ਾ ਭੰਗ ਦੇ ਨਸ਼ੇ ਵਰਗਾ, ਮਸਤੀ ਵਿੱਚ ਚੂਰ, ਆਨੰਦ ਵਿੱਚ ਕਿਸੇ ਵਿੱਚ ਤੁਰਿਆ ਫਿਰ ਰਿਹਾ, ਤੇ ਜਾਂ ਕਿਸੇ ਸਮਾਧੀ 'ਚ ਬਹਿ ਗਿਆ। ਸਮਾਧੀ 'ਚ ਬੈਠੇ ਨੂੰ 10 ਮਿੰਟ ਹੋ ਗਏ, 20 ਮਿੰਟ ਹੋ ਗਏ, ਘੰਟਾ ਹੋ ਗਿਆ, 2 ਘੰਟੇ ਹੋ ਗਏ। ਪਰਿਵਾਰ ਵਾਲੇ ਵੀ ਜਾਣਦੇ ਹੁੰਦੇ
ਜਿਹੜਾ ਬੰਦਾ ਇਸ ਮਾਰਗ ਦਾ ਪਾਂਧੀ ਹੁੰਦਾ ਉਹਦੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਹੁੰਦਾ ਕਮ ਸੇ ਕਮ ਵੀ ਇਹ ਬੰਦਾ ਧਰਮ ਦੇ ਮਾਰਗ ਤੇ ਚੱਲਣ ਵਾਲਾ। ਚਾਹੇ ਤੁਸੀਂ ਰਾਤ ਦੇ 1 ਵਜੇ ਤੇ ਚਾਹੇ 2 ਵਜੇ ਆਪਣੇ ਘਰ ਦੇ ਵਿੱਚ ਵਿਹੜੇ ਵਿੱਚ ਜਿੰਨੀ ਕੁ ਵੀ ਜਗ੍ਹਾ ਜਿੱਥੇ ਤੁਸੀਂ ਰਾਉਂਡ ਲਾਉਂਦੇ ਲਾ ਰਹੇ ਹੋ, ਕੋਈ ਵੀ ਪਰਿਵਾਰ ਦਾ ਤੁਹਾਡੇ ਦਾ ਜੀ ਉੱਠਦਾ ਚਾਹੇ 12 ਵਜੇ ਚਾਹੇ 1 ਵਜੇ ਚਾਹੇ 2 ਵਜੇ, ਉਹਨਾਂ ਨੂੰ ਕੋਈ ਬਹੁਤਾ ਉਹ ਨਹੀਂ ਮਹਿਸੂਸ ਹੁੰਦਾ। ਉਹਨਾਂ ਨੂੰ ਪਤਾ ਵੀ ਇਹ ਬੰਦਾ ਰੱਬ ਦੇ ਮਾਰਗ ਤੇ ਚੱਲਣ ਵਾਲਾ, ਤੇ ਰਾਤ ਭਾਵੇਂ ਸਾਰੀ ਰਾਤ ਤੁਰਿਆ ਫਿਰੇ, ਕੋਈ ਤੁਹਾਨੂੰ ਆ ਕੇ ਰੋਕੇਗਾ ਨਹੀਂ। ਪਤਾ ਉਹਨਾਂ ਨੂੰ ਕੋਈ ਸਮਾਧੀ 'ਚ ਬਹਿਣ ਵਾਲਾ, ਤੁਸੀਂ 1 ਵਜੇ ਉੱਠ ਕੇ 12 ਵਜੇ ਉੱਠ ਕੇ ਸਮਾਧੀ ਵਿੱਚ ਬਹਿ ਜਾਂਦੇ ਹੋ, ਤੁਹਾਨੂੰ ਰੋਕੇਗਾ ਕੋਈ ਨਹੀਂ। ਪਤਾ ਹੀ ਰੱਬ ਦੇ ਰਾਹ ਤੇ ਤੁਰਨ ਵਾਲਾ ਬੰਦਾ। ਕੋਈ ਪਾਠ ਕਰਨ ਵਾਲਾ, ਉਹ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਹੱਥ ਵਿੱਚ ਗੁਟਕਾ ਫੜ ਕੇ ਜਾਂ ਜ਼ਬਾਨੀ ਜਾਂ ਮੋਬਾਈਲ ਤੇ ਪਾਠ ਕਰ ਲੱਗਾ, ਉਹਨੂੰ ਰੋਕੇਗਾ ਕੋਈ ਨਹੀਂ। 1 ਵੱਜ ਗਿਆ ਤੇ ਤੂੰ ਕਿਹੜੇ ਕੰਮ ਪੈ ਗਿਆ, ਸੌਂ ਲਾ, ਆਰਾਮ ਕਰ ਲਾ, ਦੇਣੇ ਕੋਈ ਕੰਮ ਕਰਨਾ। ਕੋਈ ਵਿਹੜੇ ਦੇ ਵਿੱਚ ਕੋਈ ਆਮ ਬੰਦਾ, ਕੋਈ ਘਰ ਦਾ ਪਰਿਵਾਰ ਦਾ ਜੀ 12-1 ਵਜੇ ਤੁਰਿਆ ਫਿਰਦਾ ਹੋਵੇ ਤੇ ਘਰਦਿਆਂ ਨੂੰ ਫਿਕਰ ਪੈ ਜਾਂਦਾ। ਜਿਹੜਾ ਇਸ ਮਾਰਗ ਦਾ ਪਾਂਧੀ ਨਾ ਹੋਵੇ, ਇਹਨੂੰ ਤੇ ਵੇਖੇ ਹੀ ਨਹੀਂ ਕਦੀ, ਨਹੀਂ ਰਾਤ ਕੋ ਜਾਗਦਾ, ਕੋਈ ਟੈਨਸ਼ਨ ਨਾ ਲੈ ਗਿਆ ਹੋਵੇ, ਉੱਠਦੇ ਤੇ ਸਹਿਜ ਨਾ ਜਾ ਕੇ ਪੁੱਛਦੇ ਠੀਕ ਹੈ ਤੁਹਾਡਾ, ਠੀਕ ਮੈਨੂੰ ਕੀ ਹੋਇਆ? ਉਹ ਕਿਤੇ ਕੋਈ ਇਸ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਲੈ ਜਾਈ। ਅਸੀਂ ਆਖਿਆ ਕੋਈ ਸੋਚਦਾ ਨਾ ਹੋਵੇ, ਉਹ ਕਾਰਨ ਕੀ ਇੱਡੀ ਰਾਤ ਤੁਰਿਆ ਫਿਰਦਾ, ਕੋਈ ਨਾ ਕੋਈ ਟੈਨਸ਼ਨ ਤੇ ਨਹੀਂ ਲੈਂਦਾ। ਜਿਹੜਾ ਇਸ ਮਾਰਗ ਦਾ ਪਾਂਧੀ ਹੋਵੇ, ਉਹਨਾਂ ਨੂੰ ਪਤਾ ਹੁੰਦਾ ਪਰਿਵਾਰ ਵਾਲਿਆਂ ਨੂੰ ਇਹ ਟੈਨਸ਼ਨ ਟੋਸ਼ਨ ਕੋਈ ਨਹੀਂ, ਤੇ ਮਾਲਕ ਦੀ ਯਾਦ ਵਿੱਚ ਜੁੜਨ ਵਾਲਾ ਬੰਦਾ, ਉਹਨੂੰ ਕੋਈ ਨਹੀਂ ਪੁੱਛਦਾ। ਪਤਾ ਹੁੰਦਾ ਇਹ ਮਾਲਕ ਨਾਲ ਜੁੜਿਆ। ਉਹ ਜਦੋਂ ਮਾਲਕ ਨਾਲ ਜੁੜਿਆ, ਚਾਹੇ ਉਹ ਸਮਾਧੀ ਵਿੱਚ ਹੈ, ਚਾਹੇ ਗੁਟਕਾ ਫੜ ਕੇ, ਚਾਹੇ ਤੁਰਿਆ ਫਿਰ ਰਿਹਾ, ਉਹਨੂੰ ਇਹ ਵਾਲੀਆਂ ਖੇਡਾਂ ਵਰਤਣਗੀਆਂ। ਇੱਕ ਅਵਸਥਾ ਆਵੇਗੀ, ਇੱਕ ਅਜੀਬ ਤਰ੍ਹਾਂ ਦੇ ਨਸ਼ੇ ਵਿੱਚ ਤੁਹਾਡਾ ਸਰੀਰ, ਚਾਹੇ ਸਮਾਧੀ ਵਿੱਚ ਹੋ, ਪਤਾ ਹੀ ਨਹੀਂ 2 ਘੰਟੇ 4 6 8 10 ਘੰਟੇ ਕਦੋਂ ਨਿਕਲ ਗਏ। ਉਹ ਕੀ ਤੁਹਾਨੂੰ ਵਾਕਈ ਪਰਮਾਤਮਾ ਦੀ ਯਾਦ ਨਾਲ ਜੋੜ ਰਿਹਾ ਹੈ? ਜੇ ਤੇ ਤੁਸੀਂ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋ ਤੇ ਤੁਹਾਡਾ ਪ੍ਰਵਾਨ। ਜੇ ਤੁਹਾਡੇ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ, ਤੇ ਇਹ ਜਿਹੜਾ ਨਸ਼ਾ ਤੁਹਾਨੂੰ ਕਿਤੇ ਦੂਰ ਲਿਜਾ ਰਿਹਾ, ਔਜਾੜ ਰੁਪਈਆ ਬਾਣ ਵਿੱਚ ਨੋਟ ਕਰ ਲੈਣਾ ਚੰਗੀ ਤਰ੍ਹਾਂ, ਦਿਮਾਗ ਦੀ ਖਿੜਕੀ ਖੋਲ ਕੇ। ਧਰਮ ਅਸਲ ਦੇ ਵਿੱਚ ਹੈ ਕਿ ਕੰਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਰੂਮ ਕੱਢ ਕੇ, ਇਹ ਆਨਲਾਈਨ ਵੀ ਸਾਰਿਆਂ ਨੂੰ ਐ ਨਹੀਂ ਵੀ ਆਪਣੇ ਗੁਰੂ ਘਰ ਵਿੱਚ ਜਾਂ ਨਗਰ ਵਿੱਚ ਹੀ, ਹਰ ਰੋਜ਼ ਹੀ ਸੰਗਤ ਜਾਣਦੀ, ਆਨਲਾਈਨ ਵੀ ਗੱਲ ਜਾਂਦੀ। ਤੇ ਸੰਗਤ ਜਿਹੜੀ ਸੁਣਦੀ ਕਿਸੇ ਤਰ੍ਹਾਂ ਵੀ, ਉਹ ਚੰਗੀ ਤਰ੍ਹਾਂ ਧਿਆਨ ਕਰਨਾ, ਚ ਰੂਮ ਕੱਢ ਕੇ ਸੁਣਨ ਦਾ ਮਤਲਬ ਹੁੰਦਾ ਧਿਆਨ ਨਾਲ। ਕਈ ਵਾਰੀ ਕੰਨਾਂ ਦੇ ਵਿੱਚ ਆਵਾਜ਼ ਜਾਂਦੀ ਨਹੀਂ, ਸੁਰਤ ਕਿਸੇ ਪਾਸੇ ਹੋਰ ਉੱਡਦੀ ਹੁੰਦੀ। ਨੁਕਤੇ ਹਨ ਪਿਆਰੇ ਧਰਮ ਦੀ ਦੁਨੀਆ ਦੇ ਨੁਕਤੇ, ਮੰਨੇ ਮਾਰਗ ਠਾਕ ਨਾ ਪਾਏ, ਲੱਖ ਕਰੋੜੀ ਬੰਦ ਨਾ ਪਰੇ, ਹਰ ਕਾ ਨਾਮ ਜਪਤ ਨੇ ਤਰੇ। ਤੇ ਤੁਸੀਂ ਕੀ ਕਰਨਾ? ਪਰਮਾਤਮਾ ਦਾ ਨਾਮ ਜਪਣਾ, ਵਾਹਿਗੁਰੂ 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 ਵਾਹਿਗੁਰੂ। ਤੇ ਇਹ ਜਿਹੜਾ ਨਸ਼ਾ ਤੁਹਾਡੇ ਉੱਤੇ ਛਾਇਆ ਰਿੱਧੀਆਂ ਤੇ ਸਿੱਧੀਆਂ ਦਾ, ਜਾਂ ਕਿਸੇ ਆਨੰਦ ਵਿੱਚ ਨਹੀਂ ਫਿਰਦਾ, ਕੋਈ ਅਜੀਬ ਤਰ੍ਹਾਂ ਦਾ ਨਸ਼ਾ ਹੈ, ਉਹ ਤੁਹਾਨੂੰ ਕਿਸੇ ਪਾਸੇ ਲਿਜਾ ਰਿਹਾ। ਤੁਸੀਂ ਕਿਸੇ ਅਸਮਾਨ ਵਿੱਚ ਉੱਡ ਰਿਹਾ ਹੈ, ਤੁਹਾਡੀ ਸੁਰਤੀ ਕਿਤੇ ਜਾ ਰਹੀ, ਉਸ ਸੁਰਤੀ ਨੂੰ ਉੱਧਰ ਨਹੀਂ ਜਾਣ ਦੇਣਾ। ਧਰਮ ਕੀ ਹੈ? ਉਸ ਸੁਰਤੀ ਦੇ ਮਗਰ ਨਹੀਂ ਜਾਣਾ, ਉਹਦੇ ਵਿੱਚੋਂ ਬਾਹਰ ਨਿਕਲਣਾ ਤੇ ਪਰਮਾਤਮਾ ਦੀ ਯਾਦ ਵਿੱਚ ਜੁੜਨਾ। ਜਿਹਨੂੰ ਸਮਝ ਆ ਗਈ, ਤੇ ਜਿਆਦਿਆਂ ਨੂੰ ਸਮਝ ਨਹੀਂ ਆਉਣੀ, ਪਤਾ ਨਹੀਂ ਬਾਬਾ ਕਹਿੰਦਾ ਕੀ। ਕਿਉਂਕਿ ਕੇਵਲ ਗੁੜ ਕੇ ਪੋਥੀਆਂ ਪੜ੍ਹਨ ਵਾਲੇ ਜਿਹੜੇ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ, ਸਾਰੀ ਉਮਰ ਹੀ ਕੇਵਲ ਗੁੜ ਕੇ ਪੋਥੀਆਂ ਪੜ੍ਹਦੇ ਰਹਿੰਦੇ, ਉਹਨਾਂ ਨੂੰ ਇਹ ਵਸਤਾ ਵੀ ਪ੍ਰਾਪਤ ਨਹੀਂ ਹੁੰਦੀ। ਉਹ ਆਂਦੇ ਫਿਰ ਇਹ ਪਤਾ ਨਹੀਂ ਕੀ, ਪਤਾ ਨਹੀਂ। ਇਹ ਜਿਹੜੇ ਸਮਾਧੀਆਂ 'ਚ ਬਹਿਣ ਵਾਲੇ, ਧਿਆਨਾਂ 'ਚ ਬਹਿਣ ਵਾਲੇ, ਗਿਣਤੀ ਦੇ ਪਾਠ ਕਰਨ ਵਾਲੇ, ਉਹਨਾਂ ਨੂੰ ਪਤਾ। ਇਹ ਜਿਹੜੇ ਸਮਾਧੀਆਂ 'ਚ ਬਹਿਣ ਵਾਲੇ, ਧਿਆਨਾਂ 'ਚ ਬਹਿਣ ਵਾਲੇ, ਲੰਮੀਆਂ ਲੰਮੀਆਂ ਜਿਨ੍ਹਾਂ ਨੇ ਤਾਰੀਆਂ ਲਾਈਆਂ, ਤਾਰ, ਕਿਸੇ ਨੇ ਮੱਥੇ 'ਚ ਧਿਆਨ ਭਰਿਆ, ਕਿਸੇ ਨੇ ਵੈਸੇ ਲੱਕ ਦੀ ਰੀੜ ਦੀ ਹੱਡੀ ਸਿੱਧੀ ਕਰਕੇ ਤੇ ਕੋਈ ਜਪ ਜਪਿਆ ਤੇ ਲੰਮਾ ਲੰਮਾ ਜਪਿਆ। ਕਿਸੇ ਨੇ ਇੱਕ ਜਿਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ 1 ਵਾਰੀ 2 ਵਾਰੀ 3 ਵਾਰੀ 4 ਵਾਰੀ 5 ਵਾਰੀ ਬਹਿ ਕੇ ਜਿਹਨਾਂ ਕੀਤਾ, ਰੱਖ ਲਿਆ। ਜਿਨ੍ਹਾਂ ਨੇ ਮੂਲ ਮੰਤਰ ਕਈ ਮਾਲਾ ਲਾਈਆਂ, ਉਹਨਾਂ ਨੂੰ ਇਹਨਾਂ ਖੇਡਾਂ ਦਾ ਪਤਾ ਹੈ। ਜਿਹੜੇ ਕੇਵਲ ਗੁੜ ਕੇ ਪੋਥੀਆਂ ਪੜ੍ਹਨ ਵਾਲੇ, ਉਹਨਾਂ ਵਿਚਾਰਿਆਂ ਨੂੰ ਕੋਈ ਪਤਾ ਨਹੀਂ। ਉਹ ਤੇ ਮੈਂ ਵੇਖਿਆ ਉਮਰਾਂ ਵੀ ਗਾਲ ਕੇ ਤੁਰ ਜਾਂਦੇ, ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਪੈਂਦਾ। ਇਹ ਜਿਹੜਾ ਸਵਰਗ ਹੈ,
ਇਹ ਅੱਗੇ ਬੰਨ ਲੈਂਦਾ। ਜਿਹੜਾ ਕੇਵਲ ਪੋਤੀਆਂ ਗੁੜ ਕੇ ਪੜ੍ਹਨ ਵਾਲਾ ਇਹਨਾਂ ਨਾਲੋਂ ਲੱਖ ਗੁਣਾ ਚੰਗਾ ਹੈ। ਜਿਹੜਾ ਮੰਗਦਾ ਨਹੀਂ ਬਹੁਤਾ, ਜਿਹੜਾ ਝਾਕ ਨਹੀਂ ਰੱਖਦਾ, ਜਾਂ ਜਿਸ ਨੂੰ ਇਸ ਤਰ੍ਹਾਂ ਦੀਆਂ ਖੇਡਾਂ ਪ੍ਰਾਪਤ ਨਹੀਂ ਹੋਈਆਂ, ਤੇ ਜਿਹਨੂੰ ਇਸ ਤਰ੍ਹਾਂ ਦੀਆਂ ਖੇਡਾਂ ਪ੍ਰਾਪਤ ਹੋ ਗਈਆਂ ਤੇ ਉਹਦੇ ਮਗਰ ਭੱਜ ਉੱਠਿਆ। ਅਜੀਬ ਤਰ੍ਹਾਂ ਦਾ ਨਸ਼ਾ, ਇੱਕ ਮਸਤੀ, ਇੱਕ ਅਜੀਬ ਤਰ੍ਹਾਂ ਦਾ ਆਨੰਦ, ਤੁਰੇ ਫਿਰਦੇ ਵੀ ਜਿਵੇਂ ਕੋਈ ਸ਼ਰਾਬੀ ਡੋਲਦਾ ਹੈ। ਵੇਖਿਆ ਦਾ ਬੰਦਾ ਅਜੀਬ ਹੀ ਨਸ਼ੇ ਵਿੱਚ ਕਿਸੇ ਵਿੱਚ। ਲੋਕ ਫਿਰ ਬਾਬਾ ਜੀ ਕਹਿਣਗੇ ਉਹ ਜਿਹੜੀ ਸੁਰਤੀ ਹੈ ਉੱਧਰ ਨਹੀਂ ਜਾਣ ਦੇਣੀ, ਉਹਦੇ ਵਿੱਚੋਂ ਕੱਢਣੀ ਜੋ ਕੁਝ ਵੀ ਤੁਹਾਨੂੰ ਆਨੰਦ ਆ ਰਿਹਾ, ਜੋ ਕੁਝ ਵੀ ਤੁਸੀਂ ਉੱਡ ਰਹੇ ਹੋ, ਜੋ ਕੁਝ ਵੀ ਤੁਹਾਨੂੰ ਨਸ਼ਾ ਛਾਇਆ ਹੋਇਆ, ਉਹਦੇ ਵਿੱਚੋਂ ਬਾਹਰ ਨਿਕਲਣਾ। ਉਸ ਨਸ਼ੇ ਦੇ ਧੁੱਤ ਹੋਏ ਉਸ ਪਾਸੇ ਨੂੰ ਜਾਣਾ। ਰਿੱਧੀਆਂ ਸਿੱਧੀਆਂ ਦਾ ਨਸ਼ਾ ਧੁੱਤ ਹੋਏ ਨਸ਼ੇ ਵਿੱਚ, ਰਿੱਧੀਆਂ ਸਿੱਧੀਆਂ ਦੇ ਨਸ਼ੇ ਵਿੱਚ, ਉਹਦੇ ਵਿੱਚੋਂ ਬਾਹਰ ਨਿਕਲ ਕੇ ਮਾਲਕ ਦੀ ਯਾਦ ਵਿੱਚ ਜੁੜਨਾ। ਮਾਲਕ ਜੀ ਤੂੰ ਹੈ। ਤੇ ਇਹ ਗੇਂਦ ਚਲ ਗਈ ਤੇਰੇ ਪਾਲੇ ਚ, ਤੇਰੇ ਪਾਰੇ ਵਿੱਚ ਗੇਂਦ ਚਲੇ ਗਈ। ਹੁਣ ਤੇਰੇ ਹਵਾਲੇ ਇਹ ਜਿਹੜੀਆਂ ਖੇਡਾਂ ਮੈਨੂੰ ਇਹ ਨਹੀਂ ਚਾਹੀਦੀਆਂ, ਤੂੰ ਚਾਹੀਦਾ। ਤੇ ਜੇ ਤੇਰੀ ਕਿਰਪਾ ਹੈ ਤੇ ਪ੍ਰਵਾਨ, ਬਾਕੀ ਆਪਾਂ ਤੇ ਤੁਹਾਡੇ ਵਾਹਿਗੁਰੂ ਜੀ ਆਸ਼ਕ ਹਾਂ। ਮੈਨੂੰ ਇਹਨਾਂ ਰਿੱਧੀਆਂ ਨਾਲ, ਇਹਨਾਂ ਸਿੱਧੀਆਂ ਨਾਲ ਕੋਈ ਲੈਣਾ ਦੇਣਾ ਨਹੀਂ। ਸੁਰਤ ਤੁਹਾਡੀ, ਸੁਰਤ ਨੋਟ ਕਰ ਲੈਣਾ, ਚੰਗੀ ਤਰ੍ਹਾਂ ਨੋਟ ਕਰ ਲੈਣਾ ਧਰਮ ਦਾ ਕੀ। ਇਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਉੱਭਰ ਕੇ ਮਾਲਕ ਦੀ ਯਾਦ ਵਿੱਚ ਜੁੜਨਾ ਤੇ ਵੇਖਣਾ ਉਸ ਟਾਈਮ ਤੇ ਜੇ ਤੁਸੀਂ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਹੋ, ਮੰਗ ਕੁਛ ਨਹੀਂ ਰਹੇ। ਨਹੀਂ ਮਾਲਕ ਜੀ ਤੇਰਾ ਧੰਨਵਾਦ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਹੋਵੇ। ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਤੇ ਤੇਰੀ ਸ਼ਰਨ ਵਿੱਚ ਆਇਆ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ। ਮੈਨੂੰ ਮੇਰੇ ਹਿਸਾਬ ਨਾਲ ਨਹੀਂ, ਤੇਰੇ ਹਿਸਾਬ ਨਾਲ। ਬਸ ਆਹ ਧਰਮ ਹੈ। ਪਰ ਵੇਖ ਲੈਣਾ, ਇਹ ਪਾਸੇ ਨੂੰ ਨਹੀਂ ਮਨ ਚੱਲੇਗਾ। ਵੇਖ ਲੈਣਾ ਜਿਹੜੇ ਅਭਿਆਸੀ ਲੋਕ ਹਨ, ਜਿਹੜੇ ਅਭਿਆਸ ਕਰਦੇ, ਚਾਹੇ ਕਿਸੇ ਸ਼ਬਦ ਨੂੰ ਬਾਰ-ਬਾਰ ਜਪਣ ਦਾ, ਚਾਹੇ ਵਾਹਿਗੁਰੂ ਨੂੰ ਜਪਣ ਦਾ, ਚਾਹੇ ਕਿਸੇ ਵੀ ਤਰ੍ਹਾਂ ਜਿਹੜੇ ਅਭਿਆਸ ਕਰਦੇ ਅਭਿਆਸੀ ਲੋਕ, ਇਹ ਉਹਨਾਂ ਵਾਸਤੇ ਨੁਕਤਾ ਬਹੁਤ ਜ਼ਿਆਦਾ ਬੇਸਕੀਮਤੀ ਹੈ ਨੁਕਤਾ। ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੀ ਧਰਮ ਹੈ। ਕੋਈ ਰਿੱਧੀਆਂ ਤੇ ਕੋਈ ਸਿੱਧੀਆਂ ਦੇ ਜਾਲ ਵਿੱਚ ਵਲੇਟੇ ਜਾਣਾ ਧਰਮ ਨਹੀਂ। ਰਿੱਧੀਆਂ ਤੇ ਸਿੱਧੀਆਂ ਦੇ ਜਾਲ ਵਿੱਚ ਬਾਹਰ ਮਿਲ ਕੇ ਨਿਰੰਕਾਰ ਨਾਲ ਯਾਦ ਜੋੜਨੀ। ਨਿਆਣਾ ਗੱਲ ਕਰੇ ਤੇ ਸਿਆਣਾ ਉਹਦਾ ਕਿਆਸ ਕਰੇ। ਨਿਆਣਾ ਕਰੇ ਗੱਲ ਤੇ ਸਿਆਣਾ ਕਿਆਸ ਕਰੇ। ਹੋ ਸਕਦਾ ਮੈਂ ਨਿਆਣਾ ਗੱਲ ਕਰ ਰਿਹਾ ਵਾਂ, ਜੇ ਲੱਗੇ ਇਹ ਗੱਲ ਗਲਤ ਹੈ, ਇਸ ਨੂੰ ਚੰਗੀ ਤਰ੍ਹਾਂ ਵਿਚਾਰਨਾ, ਚੰਗੀ ਤਰ੍ਹਾਂ ਪੜਤਾਲਣਾ, ਚੰਗੀ ਤਰ੍ਹਾਂ ਖੋਜ ਕਰਨੀ। ਉਦੋਂ ਬਾਅਦ ਜੇ ਲੱਗਦਾ ਗਲਤ, ਚਾਰ ਬੰਦੇ ਇਕੱਤਰ ਹੋਣੇ, ਇਸ ਤਰ੍ਹਾਂ ਗਲਤ ਹੋ ਰਿਹਾ, ਇਕੱਤਰ ਹੋਣੇ, ਵਿਚਾਰ ਕਰਨੀ, ਫੇਰ ਡੰਗਾਈ ਨਾ ਕਰਨੀ, ਸੋਚਣਾ, ਫੇਰ ਮੇਰੇ ਕੋਲ ਆ ਜਾਣਾ। ਤਲਵਾਰ ਨਾਲ ਨਹੀਂ, ਵਿਚਾਰ ਨਾਲ ਆਪਾਂ ਜਦੋਂ ਆਖੋਗੇ ਗੱਲ ਕਰਾਂਗੇ, ਜਦੋਂ ਮਰਜੀ। ਇਹ ਰਿੱਧੀਆਂ ਸਿੱਧੀਆਂ ਵਿੱਚ ਤੁਹਾਨੂੰ ਲੈ ਕੇ ਜਾਵੇਗੀ। ਇਹ ਵਾਲੀ ਤਾਰ ਇੱਕ ਅਜੀਬ ਤਰ੍ਹਾਂ ਦਾ ਨਸ਼ਾ, ਇੱਕ ਅਜੀਬ ਤਰ੍ਹਾਂ ਦਾ ਖੇੜਾ, ਇੱਕ ਅਜੀਬ ਤਰ੍ਹਾਂ ਦੀ ਬਹਾਰ ਕਿੱਧਰ ਨੂੰ ਜਾ ਰਿਹਾ, ਉਸ ਮਸਤੀ ਵਿੱਚ ਨਹੀਂ ਵੜਨਾ। ਇਹ ਪੀਰਾਂ ਦੀ, ਇਹ ਫਕੀਰਾਂ ਦੀ, ਇਹ ਦੇਵੀਆਂ ਦੀ, ਇਹ ਦੇਵਤਿਆਂ ਦੀ ਇਹ ਚਾਲ ਹੈ। ਭਗਤਾਂ ਦੀ ਚਾਲ ਨਿਰਾਲੀ। ਇਹ ਭਗਤਾਂ ਦੀ ਚਾਲ ਨਹੀਂ। ਕੰਨਾਂ ਵਿੱਚ ਟੀ ਦੇ ਆਨੰਦ, ਦਿਮਾਗ ਵਿੱਚ ਸ਼ਾਹ ਦੇ ਆਨੰਦ, ਤੁਰੇ ਫਿਰਦੇ ਆ ਕੋਈ ਅਜੀਬ ਤਰ੍ਹਾਂ ਦੀ ਮਸਤੀ, ਅਜੀਬ ਤਰ੍ਹਾਂ ਦਾ ਖੇੜਾ, ਅਜੀਬ ਤਰ੍ਹਾਂ ਦਾ ਨਸ਼ਾ। ਉਸ ਨਸ਼ੇ ਦੇ ਵਿੱਚ ਚੂਰ ਹੋ ਕਰਕੇ ਬਾਬੇ ਨਹੀਂ ਬਣਨਾ। ਉਸ ਨਸ਼ੇ ਵਿੱਚ ਚੂਰ ਹੋ ਕੇ ਬਾਬੇ ਨਹੀਂ ਬਣਨਾ। ਯਾਦ ਮਾਲਕ ਜੀ ਦੀ ਤੁਹਾਡੇ ਹਿਰਦੇ ਵਿੱਚ ਜੁੜੀ ਹੋਣੀ ਚਾਹੀਦੀ ਤੇ ਉਸ ਯਾਦ ਵਿੱਚ ਤੁਸੀਂ ਮਾਲਕ ਨੂੰ ਕਹਿ ਰਹੇ ਹੋ, ਮਾਲਕ ਜੀ ਤੁਹਾਡੇ ਪਾਰੇ ਵਿੱਚ ਗੇਂਦ ਆ ਗਈ, ਮੇਰੇ ਹੱਥ ਨਹੀਂ ਤੇਰੇ ਹੱਥ, ਮੇਰੇ ਹੱਥ ਨਹੀਂ ਤੇਰੇ ਹੱਥ, ਜੋ ਤੂੰ ਚਾਵੇਂ। ਇਹ ਰਿੱਧੀਆਂ ਤੇ ਇਹ ਸਿੱਧੀਆਂ ਮੇਰੀ ਕੋਈ ਮੰਗ ਨਹੀਂ। ਜੋ ਮੇਰੀ ਝੋਲੀ ਵਿੱਚ ਤੁਸੀਂ ਪਾ ਦਿਓਗੇ ਮੈਨੂੰ ਪ੍ਰਵਾਨ, ਪਰ ਮੈਂ ਤੁਹਾਡਾ ਆਸ਼ਕ ਹਾਂ। ਤੁਹਾਡੀ ਸੁਰਤ ਜੁੜੀ ਹੋਵੇ, ਤੁਹਾਡੀ ਸੁਰਤ। ਜਦੋਂ ਪਿਆਰੇ ਤੁਸੀਂ ਰਸਤੇ ਤੇ ਜਾ ਰਹੇ ਹੋਗੇ ਤੇ ਇਹ ਰਿੱਧੀਆਂ ਤੇ ਸਿੱਧੀਆਂ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਣਗੀਆਂ। ਮੰਨੇ ਮਾਰਗ ਠਾਕ ਨਾ ਪਾਏ। ਜਿਹੜਾ ਮੰਨੇਗਾ ਉਹਦੇ ਰਸਤੇ ਵਿੱਚ ਰੁਕਾਵਟਾਂ ਨਹੀਂ ਆਉਣਗੀਆਂ, ਉਹਦੇ ਰਸਤੇ ਵਿੱਚ ਰੁਕਾਵਟਾਂ ਨਹੀਂ ਆਉਣਗੀਆਂ। ਲੱਖ ਕਰੋੜੀ ਬੰਦ ਨਾ ਭਰੇ, ਜਿਹਨੂੰ ਬਾਬਿਆਂ ਨੇ ਬੰਧਨ ਭਰੇ। ਸਾਡੇ ਸਿੱਖ ਜਗਤ ਵਿੱਚ ਆਮ ਤੌਰ ਤੇ ਮੈਂ ਸਟੇਟਸ ਪਾਉਂਦਾ ਰਹਿਣਾ ਫੇਸਬੁੱਕ ਤੇ, ਪਰ ਜਵਾਬ ਕੋਈ ਨਹੀਂ ਦਿੰਦਾ ਕਿ ਸਿੱਖ ਜਗਤ ਕੀ ਕਾਰਨ ਹੈ, ਕੀ ਰੌਲਾ ਪੈ ਗਿਆ। ਗੁਰਬਾਣੀ ਨੂੰ, ਸਤਿਗੁਰੂ ਦੀ ਨੂੰ ਅਸੀਂ ਗਲਤ ਕਿਉਂ ਸਮਝਦੇ? ਸਾਰੇ ਦਾ ਸਾਰਾ ਸਿੱਖ ਜਗਤ ਇਹਨੂੰ ਬੰਧਨ ਭਰੇ ਕਿਉਂ ਪੜਦਾ? ਲੱਖ ਕਰੋੜੀ ਬੰਦ ਨਾ ਭਰੇ।
ਨੰਨਾ ਵੱਖਰਾ ਹੈ ਮੁਕਤਾ, ਬੱਬੇ ਉੱਤੇ ਟਿੱਪੀ ਤੇ ਦੱਦਾ, ਤੇ ਅੱਗੇ ਉਹ ਨੰਨਾ ਮੁਕਤਾ ਬੰਦ ਨਾ ਪਰੇ, ਲੱਖ ਕਰੋੜੀ ਬੰਦ ਨਾ ਪਰੇ, ਬੰਦ ਨਾ ਪਰੇ, ਬੰਧਨ ਪਰੇ ਨਹੀਂ ਹੈ। ਬੱਬੇ ਉੱਤੇ ਟਿੱਪੀ ਦੱਦਾ ਤੇ ਨੰਨਾ ਬੰਧਨ ਪੈਣਾ ਸੀ, ਤੇ ਨੰਨਾ ਮੁਕਤਾ ਹੈ ਵੱਖਰਾ। ਉਹ ਨੰਨਾ ਮੁਕਤਾ ਜਿੱਥੇ ਵੀ ਗੁਰਬਾਣੀ ਵਿੱਚ ਲੱਗਦਾ, ਇਹ ਨੰਨੇ ਦੇ ਕੰਨਾਂ ਨਾਂ ਨਹੀਂ ਲਗਾਉਂਦਾ, ਇਹ ਮੁਕਤਾ ਹੁੰਦਾ ਨੰਨਾ ਹਮੇਸ਼ਾ ਹੀ। ਗੁਰਬਾਣੀ ਨੂੰ ਜਦੋਂ ਖੋਜ ਕੇ ਵੇਖੋਗੇ, ਨਾ ਨੰਨੇ ਨੂੰ ਕੰਨਾ ਕਰਕੇ ਨਹੀਂ, ਕੱਲਾ ਨੰਨਾ ਮੁਕਤਾ ਤੇ ਉਹਨੂੰ ਨਾਮ ਪੜੀਦਾ। ਲੱਖ ਕਰੋੜੀ ਬੰਦ ਨਾ ਪਰੇ, ਨੰਨਾ ਮੁਕਤਾ ਹੈ ਇੱਥੇ ਵੀ। ਤੇ ਗੁਰਬਾਣੀ ਦੀ ਸਾਰੀ ਖੋਜ ਪੜਤਾਲ ਕਰਨ ਤੋਂ ਪਤਾ ਲੱਗੇਗਾ, ਨਾ ਜਿੱਥੇ ਵੀ ਗੁਰਬਾਣੀ ਵਿੱਚ ਲਿਖਿਆ ਇਹ ਨੰਨਾ ਮੁਕਤਾ ਹੀ ਹੁੰਦਾ ਹਰ ਜਗ੍ਹਾ ਤੇ। ਇੱਥੇ ਵੀ ਨੰਨਾ ਮੁਕਤਾ ਹੈ। ਲੱਖ ਕਰੋੜੀ ਬੰਦ ਨਾ ਪਰੇ, ਇਹ ਅਗਲਾ ਆਖੇ ਤੇ ਨੰਨੇ ਨੂੰ ਕੱਲਾ ਲਿਖਿਆ ਹੀ ਨਹੀਂ, ਨਾਂ ਨਹੀਂ ਲਿਖਿਆ, ਤੇ ਕੱਲਾ ਨੰਨਾ ਲਿਖਿਆ ਤੇ ਨਾਲ ਜੋੜ ਦਿਓ, ਬੰਧਨ ਕਰ ਦਿਓ। ਸਤਿਗੁਰੂ ਹਨ ਇਹ ਗੁਰਬਾਣੀ, ਸਤਿਗੁਰਾਂ ਦੀ ਗੁਰਬਾਣੀ, ਸਤਿਗੁਰਾਂ ਦੀ। ਤੇ ਸਤਿਗੁਰਾਂ ਤੋਂ ਅਸੀਂ ਸਿਆਣੇ ਬਣ ਰਹੇ, ਅਸੀਂ ਸਮਝਦੇ ਸਤਿਗੁਰੂ ਜੀ ਸ਼ਾਇਦ ਤੁਸੀਂ ਗਲਤ ਲਿਖ ਗਏ, ਇੱਥੇ ਬੰਧਨ ਪਰੇ ਥੋੜਾ, ਇੱਥੇ ਤੇ ਇਹ ਤਾਂ ਬੰਦ ਨਾ ਪਰੇ ਨਹੀਂ, ਇੱਥੇ ਤੇ ਬੰਧਨ ਪਰੇ। ਸਾਨੂੰ ਪਤਾ ਨਹੀਂ ਕਈ ਤਰ੍ਹਾਂ ਦੇ ਬੰਧਨ ਪੈਂਦੇ। ਸੋ ਇੱਥੇ ਵੀ ਇਹੀ ਗੱਲ ਕਿ ਮੰਨੇ ਮਾਰਗ ਠਾਕ ਨਾ ਪਾਏ, ਤੁਹਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਰੁਕਾਵਟਾਂ ਆਉਣਗੀਆਂ ਉਹ ਨਹੀਂ ਆਉਂਦੀਆਂ। ਤੁਸੀਂ ਪ੍ਰਮਾਤਮਾ ਦਾ ਨਾਮ ਮੰਨ ਜਾਓ, ਜਿਹੜਾ ਮੰਨੇ, ਜਿਹੜਾ ਮੰਨ ਗਿਆ ਵਾਹਿਗੁਰੂ ਜੀ ਦੇ ਨਾਮ ਨੂੰ, ਜਿਹੜਾ ਮੂਲ ਮੰਤਰ ਨੂੰ ਮੰਨ ਗਿਆ, ਅੰਮ੍ਰਿਤ ਨਹੀਂ ਛਕਿਆ, ਉਹਦੀ ਯਾਦ ਵਿੱਚ ਜੁੜਿਆ, ਉਹਦੀ ਯਾਦ ਵਿੱਚ ਜੁੜਿਆ, ਉਹਦੇ ਨਾਲ ਵਿਚਾਰਾਂ ਕਰਦਾ, ਉਹਦੇ ਨਾਲ ਗੱਲਾਂ ਕਰਦਾ, ਤੇ ਤੁਹਾਨੂੰ ਇੱਕ ਦਿਨ ਨਸ਼ਾ ਆਵੇਗਾ। ਲੱਖ ਯਤਨ ਕਰਕੇ ਵੀ ਤੁਸੀਂ ਰੋਕ ਲਓਗੇ, ਆਵੇਗਾ। ਫਿਰ ਇਸ ਨਸ਼ੇ ਵਿੱਚੋਂ ਬਾਹਰ ਨਿਕਲਣਾ, ਰਿੱਧੀਆਂ ਸਿੱਧੀਆਂ ਦਾ ਨਸ਼ਾ, ਤਾਕਤਾਂ ਦਾ ਨਸ਼ਾ, ਪਾਵਰਾਂ ਦਾ ਨਸ਼ਾ, ਜਿਵੇਂ ਸਾਡੇ ਅਮੀਰ ਲੋਕਾਂ ਨੂੰ ਹੁੰਦਾ, ਇਸੇ ਤਰ੍ਹਾਂ ਹੀ ਰਿੱਧੀਆਂ ਸਿੱਧੀਆਂ ਪਾਉਣ ਵਾਲੇ ਨੂੰ ਵੀ ਨਸ਼ਾ ਹੁੰਦਾ, ਬਿਲਕੁਲ 100% ਹੀ। ਉਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਨਿਰੰਕਾਰ ਦੀ ਯਾਦ ਵਿੱਚ ਜੁੜਨਾ, ਇਹਨੂੰ ਕਹਿੰਦੇ ਧਰਮ। ਵਰਨਾ ਇਸ ਨਸ਼ੇ ਵਿੱਚ ਤੇ ਸਾਰੇ ਦਾ ਸਾਰਾ ਸਾਡਾ ਜੋ ਸੰਸਾਰ ਧਾਰਮਿਕ ਜਿਹਨੂੰ ਕਹਿੰਦੇ, ਆਪਣੀਆਂ ਨਸ਼ੇ ਵਿੱਚ ਚੂਰ ਹੋ ਕੇ ਕਹਿੰਦੇ ਬ੍ਰਹਮ ਗਿਆਨੀ ਬਣ ਗਿਆ, ਸੰਤ ਬਣ ਗਿਆ। ਸੰਤ ਕਦੋਂ ਬਣਾਂਗੇ? ਜਦੋਂ ਇਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਅਸੀਂ ਨਿਰੰਕਾਰ ਦੀ ਯਾਦ ਵਿੱਚ ਜੁੜਾਂਗੇ। ਇਹ ਵਾਲੇ ਬੰਧਨ ਫੇਰ ਸਾਨੂੰ ਨਹੀਂ ਪੈਂਦੇ ਜਿਹੜਾ ਸਾਨੂੰ ਧੂਕੇ ਲੈ ਜਾਂਦੇ। ਪਤਾ ਨਹੀਂ ਕਈ ਤਰ੍ਹਾਂ ਦਾ ਨਸ਼ਾ, ਕਈ ਤਰ੍ਹਾਂ ਦੇ ਖੇੜੇ, ਕਈ ਤਰ੍ਹਾਂ ਦੀਆਂ ਬਹਾਰਾਂ, ਸਰੀਰ ਕਿਤੇ ਉੱਡਦਾ, ਕਿਤੇ ਪੈਰ ਲੱਗਦੇ ਤੇ ਕਿਤੇ ਅਸਮਾਨਾਂ ਦੇ ਵਿੱਚ ਫਿਰਦਾ, ਤੇ ਕਿਤੇ ਕਈ ਤਰ੍ਹਾਂ ਦੀ ਮਸਤੀ ਛਾਈ ਹੁੰਦੀ, ਤੇ ਉਹਦੇ ਵਿੱਚ ਰੱਬ ਨੂੰ ਭੁੱਲਿਆ ਹੀ ਫਿਰਦਾ। ਕਿਤੇ ਰੱਬ ਹੈ ਹੀ ਨਹੀਂ, ਵੇਖ ਲੈਣਾ ਕਦੇ 2 ਮਿੰਟ 24 ਮਿੰਟ। ਜੇ ਤੁਸੀਂ ਅਭਿਆਸੀ ਹੋ, ਅਗਰ ਤੁਸੀਂ ਅਭਿਆਸੀ ਹੋ, ਤੇ ਤੁਹਾਡਾ ਜਿਹੜਾ ਮਾਈਂਡ ਹੈ, ਤੁਹਾਡੀ ਜਿਹੜੀ ਸੁਰਤ ਹੈ, ਮਨੇ ਸੁਰਤ ਹੋਵੇ, ਮਨ ਬੁੱਧ, ਇਹ ਜਿਹੜੀ ਸੁਰਤੀ, ਇਹ ਜਿਹੜੀ ਬੁੱਧੀ, ਇਹ ਜਿਹੜਾ ਮਨ ਨਿਰੰਕਾਰ ਵਿੱਚ ਲੈ ਕੇ ਜਾਣਾ, ਉਹਦੀ ਯਾਦ ਵਿੱਚ ਜੁੜਿਆ ਹੈ। ਕੀ ਇਹ ਮਨ, ਇਹ ਸੋਚ, ਇਹ ਬੁੱਧੀ, ਇਹ ਨਿਰੰਕਾਰ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ? ਜੇ ਨਹੀਂ ਜੁੜਿਆ ਤੇ ਇਹ ਜਿਹੜੀਆਂ ਤੁਹਾਡੇ ਨਸ਼ੇ ਛਾਏ ਹੋਏ, ਧੁੱਤ ਹੋਏ ਹੋ ਨਸ਼ੇ ਵਿੱਚ, ਰਿੱਧੀਆਂ ਸਿੱਧੀਆਂ ਦਾ ਨਸ਼ਾ, ਅਗੰਮੀ ਤਾਕਤਾਂ ਦਾ ਨਸ਼ਾ, ਪਾਵਰਾਂ ਦਾ ਨਸ਼ਾ, ਇਹਦੇ ਵਿੱਚ ਜਿਹੜੇ ਧੁੱਤ ਹੋਏ ਧਰਮ ਨਹੀਂ। ਇਹਦੇ ਜਾ ਕੇ ਪੀਰਾਂ ਨੂੰ ਪੁੱਛ ਲਓ, ਦੇਵੀ ਦੇਵਤਿਆਂ ਨੂੰ ਪੁੱਛ ਲਓ, ਇਹ ਧਰਮ ਨਹੀਂ। ਜਿੱਥੇ ਬ੍ਰਹਮ ਗਿਆਨਤਾ ਪ੍ਰਗਟ ਹੁੰਦੀ, ਉਹ ਧਰਮ ਕੁਝ ਹੋਰ ਹੈ। ਇਹਦੇ ਵਿੱਚੋਂ ਉੱਠਣਾ, ਉਭਰਨਾ, ਇਹ ਨਸ਼ਾ ਤੁਹਾਡੇ ਉੱਤੇ ਹਾਵੀ ਨਾ ਹੋਵੇ। ਇਸ ਨਸ਼ੇ ਦੇ ਵਿੱਚੋਂ ਬਾਹਰ ਨਿਕਲ ਕਰਕੇ ਨਿਰੰਕਾਰ ਦੀ ਯਾਦ ਵਿੱਚ ਜੁੜਨਾ, ਤੇ ਉਹਦੇ ਤੇ ਡੋਰੀਆਂ ਛੱਡ ਦੇਣੀਆਂ। ਮਾਲਕਾ ਤੂੰ, ਮੈਂ ਨਹੀਂ, ਮੈਨੂੰ ਕੀ ਪਤਾ, ਤੂੰ, ਹੇ ਮੇਰੇ ਮਾਲਕ ਤੂੰ, ਹੇ ਮੇਰੇ ਮਾਲਕ ਤੂੰ, ਵਾਹਿਗੁਰੂ ਜੀ ਤੂੰ। ਤੇ ਜਦੋਂ ਤੁਹਾਡੀ ਯਾਦ ਵਾਹਿਗੁਰੂ ਜੀ ਨਾਲ ਜੁੜਨ ਲੱਗ ਪਈ, ਉੱਥੋਂ ਜਾ ਕੇ ਬਖਸ਼ਿਸ਼ ਮਿਲਣੀ। ਉਦੋਂ ਉਹਨਾਂ ਬਖਸ਼ਿਸ਼ ਨਹੀਂ, ਉਹ ਆਪ ਕਿਰਪਾ ਕਰਕੇ ਮਿਲ ਸਕਦਾ, ਆਪਾਂ ਨਹੀਂ ਮਿਲ ਸਕਦੇ ਜ਼ੋਰ ਲਾ ਕੇ। ਉਹ ਆਪ ਕਿਰਪਾ ਕਰਕੇ ਮਿਲ ਸਕਦਾ, ਆਪੇ ਮਿਲ ਲਏ। ਜਪ ਜਪ ਨਾਮ ਤੁਮਾਰਾ ਪ੍ਰੀਤਮ, ਸਾਨੂੰ ਤੇ ਰੋਗ ਖਾਏ, ਤੁਹਾਡੇ ਰੋਗ ਕੋਈ ਨਹੀਂ ਰਹਿੰਦਾ, ਇਹ ਗਰੰਟੀ ਹੈ। ਹੁਣ ਇੰਜ ਨਾ ਸਮਝਣਾ ਬੁਢਾਪਾ ਨਹੀਂ ਆਵੇਗਾ, ਇਹ ਸਹਿਜ ਹੈ ਕਿ ਇਹਦੇ ਦੰਦ ਵੀ ਉਖੜਨਗੇ, ਸਰੀਰ ਵਾਲ ਕਾਲੇ ਹੋਣਗੇ, ਪਰ ਜਿਹੜਾ ਵੈਸੇ ਰੋਗ ਲੱਗਣਾ ਉਹ ਨਹੀਂ ਲੱਗਦਾ। ਬਿਲਕੁਲ ਗਰੰਟੀ ਦਿੱਤੀ ਸਤਿਗੁਰੂ ਨੇ, ਸਰਬ ਰੋਗ ਦਾ ਔਖਦ ਨਾਮ, ਪਰਮਾਤਮਾ ਦਾ ਨਾਮ ਜਪੋ, ਸਾਰੇ ਹੀ ਰੋਗਾਂ ਦੀ ਇੱਕ ਦਵਾਈ ਹੈ। ਚਾਹੇ ਕਿਸੇ ਨੂੰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਕੋਈ ਨਸ਼ਾ ਪੀਂਦਾ, ਕੋਈ ਭੰਗ ਪੀਂਦਾ, ਕੋਈ ਸ਼ਰਾਬ ਪੀਂਦਾ, ਕੋਈ ਚਿੱਟਾ ਪੀਂਦਾ, ਕੋਈ ਵੀ ਹੋਵੇ, ਨਸ਼ਾ ਹੈ ਉਸ ਨੂੰ। ਨਸ਼ਾ
ਇਹਨਾਂ ਨਸ਼ਿਆਂ ਵਿੱਚੋਂ ਕਾਮ ਦਾ ਨਸ਼ਾ, ਕ੍ਰੋਧ ਦਾ ਨਸ਼ਾ, ਲੋਭ ਦਾ ਨਸ਼ਾ, ਮੋਹ ਦਾ ਨਸ਼ਾ, ਨਸ਼ਿਆਂ ਦੇ ਵਿੱਚ ਆਪਾਂ ਪਰਮਾਤਮਾ ਦਾ ਨਾਮ ਜਪਦੇ ਜਾਣਾ, ਜਪਦੇ ਜਾਣਾ, ਜਪਦੇ ਜਾਣਾ, ਤੇ ਉਹਨਾਂ ਨਸ਼ਿਆਂ ਦਾ ਪ੍ਰਭਾਵ ਘਟਦਾ ਜਾਵੇਗਾ। ਚਾਹੇ ਉਹ ਕਾਮ ਦਾ ਨਸ਼ਾ, ਚਾਹੇ ਕ੍ਰੋਧ ਦਾ ਨਸ਼ਾ, ਚਾਹੇ ਲੋਭ ਦਾ ਨਸ਼ਾ, ਚਾਹੇ ਮੋਹ ਦਾ ਨਸ਼ਾ, ਚਾਹੇ ਹੰਕਾਰ ਦਾ ਨਸ਼ਾ, ਚਾਹੇ ਸ਼ਰਾਬ ਦਾ ਨਸ਼ਾ, ਚਾਹੇ ਫੀਮ ਦਾ ਨਸ਼ਾ, ਚਾਹੇ ਭੰਗ ਦਾ ਨਸ਼ਾ, ਚਾਹੇ ਕੋਈ ਮਾਸ ਖਾਣ ਦਾ ਨਸ਼ਾ, ਜਿਹੜਾ ਵੀ ਤੁਹਾਨੂੰ ਨਸ਼ਾ ਹੈ ਉਹਦਾ ਪ੍ਰਭਾਵ ਘਟਦਾ ਜਾਵੇਗਾ, ਉਹਦਾ ਹੀ ਪ੍ਰਭਾਵ ਘਟਦਾ ਜਾਵੇਗਾ। ਜਿਵੇਂ ਜਿਵੇਂ ਪਰਮਾਤਮਾ ਦਾ ਨਾਮ ਜਪੋਗੇ, ਤੇ ਹੁਣ ਇੰਜ ਨਾ ਹੋਣਾ ਇੱਕ ਨਸ਼ਾ ਛੱਡਿਆ ਤੇ ਦੂਜਾ ਸ਼ੁਰੂ, ਪੰਡਾ ਪੜੋਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ ਤੇ ਦੂਜੀ ਤਿਆਰ। ਇਧਰੋਂ ਮੁੱਕ ਚੁੱਕੀ ਸੀ ਸੰਸਾਰ ਵਾਲੀ, ਤੇ ਉਧਰੋਂ ਜਾ ਕੇ ਦੂਸਰੀ ਮੁੱਕੀ ਰੱਖੀ ਗਈ। ਆ ਨਸ਼ਾ ਜਿਹੜਾ ਸੌਂਦਾ ਨਸ਼ਾ, ਜਿਹਦੇ ਵਿੱਚ ਸਾਰੀ ਦੁਨੀਆ ਮਸਤ ਹੋਈ ਪਈ, ਇਹ ਨਸ਼ਾ ਰਿੱਧੀਆਂ ਦਾ ਤੇ ਸਿੱਧੀਆਂ ਦਾ, ਤਾਕਤਾਂ ਦਾ ਤੇ ਪਾਵਰਾਂ ਦਾ, ਰੂਹਾਨੀ ਤਾਕਤਾਂ, ਅਗੰਮੀ ਤਾਕਤਾਂ, ਦਾਵੀ ਸ਼ਕਤੀਆਂ ਦੇ ਨਜ਼ਾਰੇ। ਇਹਨਾਂ ਨਜ਼ਾਰਿਆਂ ਵਿੱਚ ਜਿਹੜਾ ਵੀ ਵੜਦਾ, ਜਿਹੜਾ ਅਭਿਆਸੀ ਹੈ, ਨੋਟ ਕਰ ਲੈਣਾ, ਜਿਹੜਾ ਵੀ ਅਭਿਆਸੀ ਹੈ ਇਸ ਤਰ੍ਹਾਂ ਦੇ ਆਨੰਦ ਵਿੱਚ ਜਿਹੜਾ ਚਲਿਆ ਜਾਂਦਾ ਹੈ, ਤੇ ਜਿਹੜਾ ਵੈਸੇ ਗੁੰਮ ਹੀ ਹੋ ਜਾਂਦਾ ਵੀ ਕਿੱਥੇ ਗਿਆ, ਗੁੰਮ ਨਹੀਂ ਹੋਣਾ, ਉਸ ਨਸ਼ੇ ਵਿੱਚੋਂ ਬਾਹਰ ਨਿਕਲ ਕੇ ਨਿਰੰਕਾਰ ਦੀ ਯਾਦ ਵਿੱਚ ਜੁੜਨਾ। ਤੁਹਾਨੂੰ ਆਨੰਦ ਵੀ ਆ ਰਿਹਾ, ਤੇ ਜਿੰਨਾ ਚਿਰ ਤੁਸੀਂ ਉਸ ਆਨੰਦ ਵਿੱਚ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋ, ਉਹ ਪ੍ਰਵਾਨ ਹੈ। ਜਦੋਂ ਤੁਸੀਂ ਉਸ ਮਸਤੀ ਵਿੱਚ ਜਾ ਕੇ ਰੱਬ ਨੂੰ ਹੀ ਭੁੱਲ ਗਏ, ਕਿੱਧਰ ਨੂੰ ਉੱਡਦੀ ਫਿਰਦੀ ਸੁਰਤ, ਤੇ ਸਮਝ ਲਓ ਰੱਬ ਤੋਂ ਤੁਸੀਂ ਦੂਰ ਉਜਾੜ ਬੀਆਬਾਨ ਵਿੱਚ ਜਾ ਰਹੇ। ਕਿੰਨਾ ਚਿਰ ਕੋਈ ਸਮਾਂ, ਕਿੰਨਾ ਸਮਾਂ ਕੋਈ ਜੋੜ ਸਕਦਾ ਆਪਣੀ ਸੁਰਤ ਨੂੰ ਨਿਰੰਕਾਰ ਨਾਲ, ਆਪਣੀ ਵਿਚਾਰ ਨੂੰ, ਆਪਣੇ ਮਾਈਂਡ ਨੂੰ ਪਰਮਾਤਮਾ ਦੀ ਯਾਦ ਵਿੱਚ ਉਹਦਾ ਧੰਨਵਾਦ ਕਰਨਾ, ਉਹਦੀਆਂ ਵਡਿਆਈਆਂ ਕਰਨੀਆਂ। ਕਿੰਨਾ ਚਿਰ ਸਾਵਧਾਨ ਇਕਾਗਰਜੀਤ ਹੋ ਕੇ ਪ੍ਰਭ ਕੀ ਉਸਤਤ ਕਰੋ।